ਉਥੇ ਪਾਵਨ ਸਥਾਨ ਤੇ ਜੋ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਨਿਤਾਂ ਪ੍ਰਤੀ ਆਪ ਜੀ ਸਰਵਣ ਕਰਦੇ ਹੋ। ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਅਤੇ ਬਖਸ਼ਿਸ਼ ਦਾ ਸਦਕਾ ਅੱਜ ਦੇ ਸ਼ਬਦ ਦੀ ਵਿਚਾਰ ਵਿੱਚ ਆਪਣੇ ਮਨ ਬਰਤੀਆਂ ਨੂੰ ਇਕਾਗਰ ਕਰਕੇ ਹਾਜ਼ਰੀਆਂ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਹੀ ਪਿਆਰ ਸਤਿਕਾਰ ਸਹਿਤ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਵਾਲਿਓ, ਪਾਵਨ ਸਥਾਨ ਦੀ ਮਰਿਆਦਾ ਦੇ ਮੁਤਾਬਕ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਨਿਤਾਂ ਪ੍ਰਤੀ ਸਰਵਣ ਕਰਦੇ ਹੋ। ਅੱਜ ਦਾ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅਤੇ ਪਵਿੱਤਰ ਅੰਕ 525 ਉੱਤੇ ਸੁਭਾਈਮਾਨ ਹੈ। ਇਹ ਪਾਵਨ ਸ਼ਬਦ ਗੋਜਰੀ ਰਾਗ ਦੇ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਹੁਤ ਵੱਡੀ ਮਨੁੱਖਤਾ ਉੱਤੇ ਕਿਰਪਾ ਕੀਤੀ, ਪਰਉਪਕਾਰ ਕੀਤਾ ਕਿ ਜਿੱਥੇ ਜਿੱਥੇ ਵੀ ਕੋਈ ਰੱਬ ਦਾ ਪਿਆਰਾ, ਰੱਬ ਦੀ ਬੰਦਗੀ ਕਰਨ ਵਾਲਾ, ਪਰਮੇਸ਼ਰ ਦਾ ਉਪਾਸਕ ਬੈਠਾ ਹੋਇਆ ਸੀ ਤੇ ਉਹ ਆਪ ਨਾਮ ਜਪ ਰਿਹਾ ਸੀ ਤੇ ਲੋਕਾਈ ਨੂੰ ਜਪਾ ਰਿਹਾ ਸੀ। ਉਸ ਨੂੰ ਜੋ ਰੱਬੀ ਇਲਾਹਮ, ਰੱਬੀ ਕਲਾਮ ਹੋਇਆ, ਉਹਨਾਂ ਨੂੰ ਸ਼ਬਦਾਂ ਵਿੱਚ ਜਿਸ ਨੇ ਵੀ ਕਲਮਬੰਦ ਕਰਕੇ ਆਪਣੇ ਕੋਲ ਸਾਂਭਿਆ ਹੋਇਆ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਰਪਾ ਕੀਤੀ, ਜਾਂ ਮੈਂ ਕਹਿ ਲਵਾਂ ਇਹ ਆਰੰਭਤਾ ਕੀਤੀ ਕਿ ਉਸ ਸ਼ਬਦ ਦੇ ਖਜ਼ਾਨੇ ਨੂੰ ਸਾਂਭਦਿਆਂ ਹੋਇਆਂ ਗੁਰਦੇਵ ਪਿਤਾ ਜੀ ਨੇ ਭਗਤ ਬਾਣੀ ਦੀ ਇੱਕ ਪੋਥੀ ਤਿਆਰ ਕੀਤੀ ਤੇ ਅੱਗੇ ਚੱਲ ਕੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਭਗਤ ਬਾਣੀ ਦੀ ਪੋਥੀ ਨੂੰ, ਉਸ ਵਿੱਚੋਂ ਖਜ਼ਾਨਾ ਲੈ ਕੇ ਬਾਣੀ ਦਾ, ਤੇ ਇਹ ਖਜ਼ਾਨਾ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੂਬਹੂ ਉਸੇ ਤਰ੍ਹਾਂ ਇਸ ਬਾਣੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ। ਭਗਤ ਸਾਹਿਬਾਨ ਦੀ ਬਾਣੀ ਨੂੰ ਉਸੇ ਤਰ੍ਹਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਰਜ ਹੋਈ, ਜਿਨ੍ਹਾਂ ਰਾਗਾਂ ਵਿੱਚ 15 ਰਾਗਾਂ ਵਿੱਚ ਦਰਜ ਹੋਈ, ਉਸੇ ਤਰ੍ਹਾਂ ਸੁਭਾਏਮਾਨ ਰਹਿਣ ਦਿੱਤਾ। ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਮਹਾਂਪੁਰਸ਼ਾਂ ਦੇ ਕਲਾਮ, ਇਹ ਮਹਾਂਪੁਰਸ਼ਾਂ ਦੇ ਬਚਨ ਕਿਸੇ ਇੱਕ ਵਿਅਕਤੀ, ਕਿਸੇ ਇੱਕ ਵਿਸ਼ੇਸ਼ ਫਿਰਕੇ, ਇੱਕ ਵਿਸ਼ੇਸ਼ ਜਾਤੀ ਵਾਸਤੇ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਇਸ ਗੱਲ ਦੀ ਗਵਾਹੀ ਦਿੰਦੇ ਨੇ। ਸਤਿਗੁਰੂ ਆਖਦੇ ਨੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਜੋ ਮਹਾਂਪੁਰਸ਼ਾਂ ਨੇ ਆਖਿਆ ਹੈ, ਜੋ ਮਹਾਂਪੁਰਸ਼ਾਂ ਦੇ ਬਚਨ ਹਨ,
ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ ਨੇ ਸਾਰੇ ਜਹਾਨ ਵਾਸਤੇ ਸਾਂਝੀ ਗੱਲ ਕੀਤੀ ਹੈ। ਔਰ ਇਸ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ, ਉਸ ਪਰਮੇਸ਼ਵਰ ਦੀ ਸਿਫਤ ਸਲਾਹ ਕੀਤੀ ਹੈ, ਜਿਹੜਾ ਕਿ ਹਰ ਪਾਸੇ ਰਵਿਆ ਹੋਇਆ ਹੈ, ਕਣ ਕਣ ਵਿੱਚ ਵਸਿਆ ਹੋਇਆ ਹੈ। ਤੇ ਮੇਰੇ ਮਾਲਕ ਸਤਿਗੁਰੂ ਜੀ ਨੇ ਇਹ ਗੱਲ ਵੀ ਨਾਲ ਦੀ ਨਾਲ ਹੀ ਦੱਸ ਦਿੱਤੀ। ਜਿਵੇਂ ਭਾਈ ਸਾਹਿਬ ਜੀ ਹੁਣੇ ਹੀ ਪੜ੍ਹ ਰਹੇ ਸਨ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਤੇ ਭਗਤ ਸਾਹਿਬਾਨ ਨੇ ਵੀ ਇਸ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਕਿ ਭਾਈ ਇਹ ਯਕੀਨ ਜਾਣਨਾ ਕਿ ਇਹ ਸੱਚ ਹੈ, ਕਿ ਇਹ ਬ੍ਰਹਮ ਦੀ ਵਿਚਾਰ ਹੈ। ਇਸ ਬਾਣੀ ਵਿੱਚ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦੀ ਸਿਫਤ ਸਲਾਹ ਹੈ, ਪਰਮੇਸ਼ਵਰ ਦੀ ਬੰਦਗੀ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕਾਂ ਦੇ ਭਾਣੇ ਹੋ ਸਕਦਾ ਹੈ ਕਿ ਇਹ ਗੀਤ ਹੋਵੇ, ਤੁਕਬੰਦੀ ਹੋਵੇ, ਕਵਿਤਾ ਹੋਵੇ, ਪਰ ਨਹੀਂ, ਇਸ ਬਾਣੀ ਦੇ ਵਿੱਚ ਬ੍ਰਹਮ ਦੀ ਵਿਚਾਰ ਹੈ। ਇਸ ਬਾਣੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੀ ਹੋਈ ਹੈ। ਤੇ ਮੇਰੇ ਮਾਲਕ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਫਿਰ ਬੜੇ ਪਿਆਰ ਨਾਲ ਇੱਕ ਹੋਕਾ ਦਿੰਦੇ ਹੋਏ ਮਨੁੱਖਤਾ ਨੂੰ ਨਜ਼ਰ ਆਉਂਦੇ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਦੇ ਉੱਤੇ ਨਦਰੇ ਇਨਾਇਤ ਹੁੰਦੀ ਹੈ, ਜਿਨ੍ਹਾਂ ਦੇ ਉੱਤੇ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਹੈ, ਰਹਿਮਤ ਹੁੰਦੀ ਹੈ, ਉਹਨਾਂ ਦੇ ਹਿਰਦੇ ਵਿੱਚ ਇਹ ਬਾਣੀ ਵਸ ਜਾਂਦੀ ਹੈ। ਤੇ ਜਿਸ ਦੇ ਹਿਰਦੇ ਵਿੱਚ ਬਾਣੀ ਸਮਾ ਗਈ, ਜਿਸ ਦੇ ਹਿਰਦੇ ਵਿੱਚ ਬਾਣੀ ਵਸ ਗਈ, ਮੈਂ ਕਹਿੰਦਾ ਹੁੰਨਾ ਉਹਦੇ ਹਿਰਦੇ ਵਿੱਚ ਇਉਂ ਸਮਝ ਲਓ ਹਮੇਸ਼ਾ ਵਾਸਤੇ ਪਰਮੇਸ਼ਵਰ ਦੀ ਸਿਫਤ ਸਲਾਹ ਵਸ ਗਈ ਹੈ। ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹਮੇਸ਼ਾ ਵਾਸਤੇ ਵਸ ਗਈ। ਤੁਸੀਂ ਬਾਣੀ ਚੱਲਦੇ ਹੋਏ, ਤੁਰਦੇ ਹੋਏ, ਫਿਰਦੇ ਹੋਏ, ਜਿੱਥੇ ਵੀ ਵਿਚਰ ਰਹੇ ਹੋ, ਬਾਣੀ ਤੁਹਾਨੂੰ ਕੰਠ ਹੈ, ਤੁਸੀਂ ਗਾਇਨ ਕਰੋਗੇ ਤੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ, ਪਰਮੇਸ਼ਵਰ ਦੀ ਬੰਦਗੀ ਤੁਸੀਂ ਕਰ ਰਹੇ ਹੋ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਾਤਾਂ ਪਾ ਰਹੇ ਹੋ। ਤੇ ਮੇਰੇ ਮਾਲਕ ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ, ਭਾਈ ਇਹ ਬਾਣੀ ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਹੈ, ਪਰਮੇਸ਼ਵਰ ਦੀ ਬੰਦਗੀ ਹੈ, ਗੁਰਦੇਵ ਕਹਿਣ ਲੱਗੇ ਸਿੱਖੋ ਇਹ ਗੱਲ ਵੀ ਨਾ ਭੁੱਲਿਓ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਥਕ ਗੁਰੂ ਨਿਸਤਾਰੇ। ਮੇਰੇ ਮਾਲਕ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਬਾਣੀ ਸਾਡਾ ਗੁਰੂ ਹੈ। ਇਹ ਬਾਣੀ ਫਿਰ ਆਈ ਕਿੱਥੋਂ ਹੈ? ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਸਾਹਮਣੇ ਰੱਖ ਦਿੰਦੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬਾਣੀ ਧੁਰ ਦਰਗਾਹੋਂ ਤੋਂ ਆਈ ਹੈ। ਇਹ ਧੁਰ ਦਰਗਾਹੋਂ ਤੋਂ ਆਈ ਹੋਈ ਬਾਣੀ ਇਹ ਸਾਨੂੰ ਧੁਰ ਨਾਲ ਜੋੜਦੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜਦੀ ਹੈ, ਜਿਸ ਦੀ ਹੋਂਦ ਕਰਕੇ, ਜਿਸ ਮਾਲਕ ਦੀ ਬਖਸ਼ਿਸ਼ ਕਰਕੇ ਸਾਡੀ ਹੋਂਦ ਇਸ ਧਰਤੀ ਤੇ ਹੈ। ਭਾਵ ਸਾਡਾ ਪ੍ਰਕਾਸ਼, ਸਾਡਾ ਜਨਮ ਹੋਇਆ, ਸਾਡੀ ਇਹ ਆਤਮਾ ਪਰਮ ਆਤਮਾ ਤੋਂ ਆਈ ਤੇ ਇਸ ਆਤਮਾ ਦੀ ਮੰਜ਼ਿਲ ਵੀ ਉਸ ਪਰਮ ਆਤਮਾ ਵਿੱਚ ਅਭੇਦ ਹੋਣਾ ਹੈ। ਤੇ ਬਾਣੀ ਨੇ ਹੀ ਇਹ ਗੱਲ ਨੂੰ ਦ੍ਰਿੜ ਕਰਾਇਆ, ਬਾਣੀ ਨੇ ਹੀ ਇਹ ਗੱਲ ਨੂੰ ਪੱਕਿਆਂ ਕਰਾਇਆ ਕਿ ਸਭ ਮੈਂ ਜੋਤ, ਜੋਤ ਹੈ ਸੋਏ,
ਤਿਸ ਜੈ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਸਵਾਰਿਓ, ਇਸ ਬਾਣੀ ਨੂੰ ਹੀ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸਤਿਗੁਰੂ ਜੀ ਨੇ ਐਲਾਨੀਆਂ ਤੌਰ ਤੇ 1708 ਵਿੱਚ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸ਼ਬਦ ਗੁਰੂ ਨੂੰ, ਤੇ ਗੁਰਦੇਵ ਨੇ ਆਖਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਗੁਰਦੇਵ ਪਿਤਾ ਜੀ ਨੇ ਸਾਨੂੰ ਬਾਣੀ ਦੇ ਲੜ ਲਾਇਆ। ਫਿਰ ਜਿਸ ਬਾਣੀ ਦੇ ਲੜ ਲਾਇਆ, ਜਿਸ ਬਾਣੀ ਨੂੰ ਅਸੀਂ ਦਿਨ ਰਾਤ ਨਤਮਸਤਕ ਹੁੰਨੇ ਹਾਂ, ਜਿਸ ਬਾਣੀ ਨੂੰ ਅਸੀਂ ਮੱਥੇ ਟੇਕਦੇ ਹਾਂ, ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਨੂੰ ਅਸੀਂ ਆਪਣੀ ਹਿਰਦੇ ਵਿੱਚ ਵਸਾਈਏ। ਉਸ ਬਾਣੀ ਤੋਂ ਮਿਲਦਾ ਹੋਇਆ ਉਪਦੇਸ਼ ਆਪਣੇ ਮਨ ਵਿੱਚ ਵਸਾਈਏ। ਤੇ ਵੱਡੀ ਗੱਲ ਇਹ ਵੀ ਹੈ, ਮੈਂ ਬੇਨਤੀ ਕਰਦੇ ਹਾਂ ਕਿ ਇਸ ਬਾਣੀ ਦੇ ਵਿੱਚ ਵੱਖ-ਵੱਖ ਮਹਾਂਪੁਰਸ਼ਾਂ ਦੀ ਬਾਣੀ ਹੈ। 15 ਭਗਤ ਸਾਹਿਬਾਨ ਦੀ ਬਾਣੀ ਹੈ, 11 ਭੱਟ ਸਾਹਿਬਾਨ ਦੀ ਬਾਣੀ ਹੈ, 6 ਗੁਰਸਿੱਖ ਸਾਹਿਬਾਨ ਦੀ ਬਾਣੀ, 6 ਗੁਰੂ ਸਾਹਿਬਾਨ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ ਹੈ। ਕਮਾਲ ਦੀ ਗੱਲ ਹੈ, ਜਿਹੜੀ ਵਿਚਾਰਧਾਰਾ 15 ਭਗਤ ਸਾਹਿਬਾਨ ਨੇ ਮਨੁੱਖਤਾ ਦੇ ਸਾਹਮਣੇ ਰੱਖੀ, ਉਹੀ ਵਿਚਾਰਧਾਰਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਮਨੁੱਖਤਾ ਦੇ ਸਾਹਮਣੇ ਰੱਖੀ ਹੈ। ਕੋਈ ਵਖਰੇਵਾਂ ਨਹੀਂ ਹੈ, ਕੋਈ ਭਿੰਨ ਭੇਦ ਨਹੀਂ ਹੈ। ਅੱਜ ਦਾ ਇਹ ਸ਼ਬਦ ਵੀ ਆਪ ਜੀ ਵੇਖੋਗੇ ਕਿ ਜਿਹੜੀ ਗੱਲ ਭਗਤ ਨਾਮਦੇਵ ਜੀ ਸੰਸਾਰ ਦੇ ਸਾਹਮਣੇ ਇਸ ਸ਼ਬਦ ਰਾਹੀਂ ਰੱਖਣਾ ਚਾਹੁੰਦੇ ਨੇ, ਇਹੀ ਗੱਲ ਪਹਿਲੇ ਪਾਤਸ਼ਾਹ ਜੀ, ਦੂਜੇ ਪਾਤਸ਼ਾਹ ਜੀ, ਗੁਰੂ ਅਰਜਨ ਸਾਹਿਬ ਮਹਾਰਾਜ, ਈਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਸ ਰੱਬ ਦੇ ਬਾਬਤ, ਉਸ ਪਰਮੇਸ਼ਵਰ ਦੇ ਬਾਬਤ ਸਾਡੇ ਸਾਹਮਣੇ ਰੱਖਦੇ ਨੇ। ਕਿੱਡੇ ਕਮਾਲ ਦੀ ਵਿਚਾਰਧਾਰਾ ਹੈ ਕਿ ਵੱਖ-ਵੱਖ ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਹੋਣਾ, ਪਰ ਵਿਚਾਰਧਾਰਾ ਦਾ ਕੇਂਦਰ ਬਿੰਦੂ ਇੱਕ ਹੋਣਾ, ਇਹ ਆਪਣੇ ਆਪ ਵਿੱਚ ਸਾਂਝੀਵਾਲਤਾ ਦੀ ਗੱਲ ਹੈ। ਇਹ ਆਪਣੇ ਆਪ ਵਿੱਚ ਇੱਕ ਸਾਂਝੀ ਗੱਲ ਹੈ। ਔਰ ਅੱਜ ਇੱਕ ਮਨੁੱਖ ਦੇ ਵਿਚਾਰ ਦੂਜੇ ਮਨੁੱਖ ਨਾਲ ਨਹੀਂ ਰਲਦੇ, ਤੀਜੇ ਦੀ ਵਿਚਾਰਧਾਰਾ ਚੌਥੇ ਨਾਲ ਨਹੀਂ ਰਲਦੀ। ਸਾਡੇ ਵੱਖ-ਵੱਖ ਵਿਚਾਰ ਹੋਏ ਪਏ, ਵੱਖ-ਵੱਖ ਵਖਰੇਵੇਂ ਹੋਏ ਪਏ ਨੇ, ਪਰ ਇੰਨੇ ਮਹਾਂਪੁਰਸ਼ ਹੋਣ ਦੇ ਬਾਵਜੂਦ ਵੀ ਉਹਨਾਂ ਸਾਰਿਆਂ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਇੱਕ ਹੈਗਾ, ਕੋਈ ਵਖਰੇਵਾਂ ਨਹੀਂ ਹੈ। ਇੱਕ ਦੂਜੇ ਦੇ ਵਿਚਾਰਾਂ ਨੂੰ ਉਹ ਬਿਲਕੁਲ ਵੀ ਕੱਟਦੇ ਹੋਏ ਨਜ਼ਰ ਨਹੀਂ ਆਉਂਦੇ, ਸਗੋਂ ਇੱਕ ਦੂਜੇ ਦੇ ਵਿਚਾਰਾਂ ਦੀ ਪ੍ਰੋੜਤਾ ਕਰਦੇ ਨੇ। ਭਗਤ ਨਾਮਦੇਵ ਜੀ, ਜੋ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ 200-250 ਸਾਲ ਪਹਿਲਾਂ ਇਸ ਧਰਤੀ ਤੇ ਆਏ, ਔਰ ਮਹਾਰਾਸ਼ਟਰ ਦੇ ਨਰਸੀ ਬਾਹਮਣੀ ਪਿੰਡ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ 1271 ਦੇ ਲਗਭਗ। ਸਧਾਰਨ ਜਿਹਾ ਪਰਿਵਾਰ ਹੈ, ਕਿਰਤੀ ਪਰਿਵਾਰ ਹੈ, ਤੇ ਜੋ ਪਿਤਾ ਜੀ ਦਾ ਕੰਮ ਹੈ ਕੱਪੜੇ ਸਿਉਣਾ, ਕੱਪੜੇ ਰੰਗਣਾ, ਉਹੀ ਕੰਮ ਭਗਤ ਨਾਮਦੇਵ ਜੀ ਨੇ ਵੀ ਜਿਹੜਾ ਹੈ ਅਪਣਾ ਲਿਆ ਹੈ। ਤੇ ਭਗਤ ਨਾਮਦੇਵ ਜੀ ਨੇ ਇਸ ਛੋਟੇ ਜਿਹੇ ਪਿੰਡ ਦਾ ਨਾਂ, ਜਿੱਥੇ ਆਪਣੀ ਕਿਰਤ ਕਰਕੇ, ਉੱਥੇ ਪਰਮੇਸ਼ਰ ਦੀ ਬੰਦਗੀ ਕਰਕੇ ਅੱਜ ਸਾਰੇ ਸੰਸਾਰ ਵਿੱਚ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਇਸ ਤੋਂ ਇਹ ਗੱਲ ਦਾ ਤੇ ਅੰਦਾਜ਼ਾ ਸੁਭਾਵਿਕ ਹੀ ਲੱਗ ਸਕਦਾ ਹੈ ਕਿ ਕੋਈ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਧਾਰਮਿਕ ਪੁਰਸ਼, ਕੋਈ ਸਬਰ, ਸੰਤੋਖ, ਸਿਦਕ ਤੇ ਰੱਬ ਉੱਤੇ ਭਰੋਸਾ ਰੱਖਣ ਵਾਲਾ, ਉਹ ਭਾਵੇਂ ਸੰਸਾਰ ਦੇ ਕਿਸੇ ਛੋਟੇ ਤੋਂ ਛੋਟੇ ਪਿੰਡ ਵਿੱਚ ਵੀ ਬੈਠਿਆ ਹੋਵੇ। ਅੱਜ ਤੇ ਨਾ ਅਸੀਂ ਕਹਿੰਦੇ ਹਾਂ ਜੀ ਸਾਡੇ ਕੋਲ ਸੋਸ਼ਲ ਮੀਡੀਆ ਹੈ, ਸਾਡੇ ਕੋਲ ਹੱਥਾਂ ਵਿੱਚ ਸਭ ਕੁਝ ਹੈ, ਅਸੀਂ ਆਪਣੀ ਪ੍ਰਸਿੱਧੀ ਕਰ ਲਈਏ। ਔਰ ਅੱਜ ਤੁਸੀਂ ਦੇਖੋ ਕਿੱਦੇ ਜਿਹੜਾ ਮਰਜ਼ੀ, ਜਿਹੜਾ ਪੁੱਠੀਆਂ ਸਿੱਧੀਆਂ
ਹਰਕਤਾਂ ਕਰਕੇ ਵੀਡੀਓ ਬਣਾ ਕੇ ਪਾਉਂਦਾ ਹੈ। ਤੇ ਅੱਜ ਤੇ ਇਹ ਲੋਕਾਂ ਦੇ ਵਿੱਚ ਆਮ ਹੀ ਗੱਲ ਹੋ ਗਈ, ਜਿਹੜਾ ਟੇਢੀ ਜੀ ਗੱਲ ਕਰੇਗਾ ਉਹ ਜ਼ਿਆਦਾ ਪ੍ਰਸਿੱਧ ਹੋ ਜਾਂਦਾ ਹੈ। ਪਰ ਮੈਂ ਇਹ ਬੇਨਤੀ ਤਾਂ ਕਰ ਰਿਹਾ ਕਿ ਕੋਈ ਧਾਰਮਿਕ ਪੁਰਸ਼, ਕੋਈ ਬੰਦਗੀ ਕਰਨ ਵਾਲੀ ਰੂਹ, ਕੋਈ ਸਿਮਰਨ ਕਰਨ ਵਾਲੀ, ਕੋਈ ਰੱਬ ਦਾ ਉਪਾਸਕ ਭਜਨ ਕਰਨ ਵਾਲਾ ਜੇ ਕਿਤੇ ਧਰਤੀ ਦੇ ਇੱਕ ਕੋਨੇ ਤੇ ਵੀ ਬੈਠਾ ਹੋਵੇ ਤੇ ਉਹ ਬੰਦਗੀ ਕਰੇ, ਸਿਮਰਨ ਕਰੇ, ਪਰਮੇਸ਼ਵਰ ਵਿੱਚ ਭਰੋਸਾ ਰੱਖੇ, ਤੇ ਸਾਰੀ ਦੁਨੀਆ ਉਹਨੂੰ ਸਿਜਦਾ ਕਰਦੀ ਹੈ, ਸਾਰੀ ਦੁਨੀਆ ਉਸ ਨੂੰ ਨਮਸਕਾਰ ਕਰਦੀ ਹੈ। ਅੱਜ ਭਗਤ ਨਾਮਦੇਵ ਜੀ ਨੂੰ ਨਮਸਕਾਰਾਂ ਕਰਦੇ ਹਾਂ। ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਜਿਨ੍ਹਾਂ ਦੀ ਬਾਣੀ ਹੈ ਅਸੀਂ ਉਹਨਾਂ ਨੂੰ ਬਾਰ-ਬਾਰ ਸਿਜਦਾ ਕਰਦੇ ਹਾਂ, ਉਹਨਾਂ ਤੋਂ ਬਾਰ-ਬਾਰ ਬਲਿਹਾਰ ਜਾਂਦੇ ਹਾਂ, ਬਾਰ-ਬਾਰ ਕੁਰਬਾਨ ਜਾਂਦੇ ਹਾਂ। ਔਰ ਉਹਨਾਂ ਦੇ ਪਾਵਨ ਬਚਨ ਵੀ ਏਡੇ ਕਮਾਲ ਦੇ ਕਿ ਭਗਤ ਨਾਮਦੇਵ ਜੀ ਨੇ ਦੁਨੀਆ ਦੇ ਸਾਹਮਣੇ ਪਰਮੇਸ਼ਵਰ ਦੀ ਬਾਤ ਪਾ ਦਿੱਤੀ, ਪਰਮਾਤਮਾ ਦੀ ਬਾਤ ਪਾ ਦਿੱਤੀ। ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਤ ਦਰਜ 525 ਅੰਕ ਉੱਤੇ ਭਗਤ ਨਾਮਦੇਵ ਜੀ ਗੁਜਰੀ ਰਾਗ ਦੇ ਵਿੱਚ ਘਰ ਪਹਿਲੇ ਵਿੱਚ ਸਤਿਗੁਰੂ ਜੀ ਇਸ ਬਾਤ ਦੀ ਗੁੰਝਲ ਨੂੰ ਸਾਡੇ ਸਾਹਮਣੇ ਰੱਖ ਰਹੇ ਨੇ। ਕਹਿਣ ਲੱਗੇ, ਵੇਖੋ ਭਾਈ, ਕੌਣ ਕਹਿ ਕਿਨ ਬੂਝੀਐ, ਰਮਈਆ ਆਕੁਲ ਰੀਬਾਈ ਰਹਾਉ। ਇਹ ਸ਼ਬਦ ਦੋ ਬੰਦਾਂ ਦਾ ਸ਼ਬਦ ਹੈ। ਇੱਕ ਬੰਦ ਇਸ ਦਾ ਰਾਹੋ ਵਾਲਾ ਬੰਦ ਹੈ, ਤੇ ਵਿਦਵਾਨ ਸੱਜਣ ਕਹਿੰਦੇ ਨੇ ਵੀ ਰਾਹਾਓ ਦਾ ਅਰਥ ਹੁੰਦਾ ਠਹਿਰ ਜਾਓ, ਵਿਸਰਾਮ ਦਿਓ, ਰੁਕੋ। ਇਹ ਪੰਕਤੀਆਂ ਕੁਝ ਕਹਿਣਾ ਚਾਹੁੰਦੀਆਂ ਨੇ, ਇਹ ਪੰਕਤੀਆਂ ਤੁਹਾਨੂੰ ਕੁਝ ਦੱਸ ਰਹੀਆਂ ਨੇ। ਭਗਤ ਨਾਮਦੇਵ ਜੀ ਨੇ ਇਹਨਾਂ ਵਿੱਚ ਕੁਝ ਤੱਤ ਰੱਖਿਆ ਹੈ, ਇਸ ਸ਼ਬਦ ਦਾ ਕੋਈ ਭਾਵਾਰਥ ਰੱਖਿਆ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਭਾਈ ਕਿ ਚੇਤੇ ਰੱਖੋ, ਇਸ ਵਿੱਚ ਕੌਣ ਕਹਿ ਕਿਨ ਬੂਝੀਐ। ਕਹਿਣ ਲੱਗੇ, ਮੇਰਾ ਜਿਹੜਾ ਸੋਹਣਾ ਪ੍ਰਮਾਤਮਾ ਹੈ, ਵਾਹਿਗੁਰੂ ਹੈ, ਉਹ ਹਰ ਥਾਂ ਵਿਆਪਕ ਹੈ। ਜਿਸ ਦੇ ਭਗਤ ਸਾਹਿਬਾਨ ਜੀ ਉਪਾਸਕ ਹਨ, ਭਗਤ ਸਾਹਿਬਾਨ ਉਸ ਰੱਬ ਦੇ ਉਪਾਸਕ ਹਨ, ਉਸ ਰਮਈਆ ਦੇ ਉਪਾਸਕ ਹਨ, ਜਿਹੜਾ ਰਮਿਆ ਹੋਇਆ ਹੈ, ਜਿਹੜਾ ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਵਿਆਪਕ ਹੈ, ਜਿਸ ਨੂੰ ਆਮ ਹੀ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿ ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਸ ਨੂੰ ਸਤਿਗੁਰੂ ਵੀ ਕਹਿੰਦੇ ਨੇ ਕਿ ਜਹ ਜਹ ਪੇਖੂੰ ਤਾਂ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਤੇ ਆਈ। ਜਿੱਥੇ ਜਿੱਥੇ ਵੀ ਅਸੀਂ ਵੇਖਦੇ ਹਾਂ, ਜਿਸ ਪਾਸੇ ਵੀ ਵੇਖਦੇ ਹਾਂ, ਉਸ ਪਾਸੇ ਉਹ ਰਮਿਆ ਹੋਇਆ ਪ੍ਰਮਾਤਮਾ ਹੈ, ਰਵ ਰਿਹਾ ਹੈ, ਹਰ ਪਾਸੇ ਰਵਿਆ ਹੋਇਆ। ਪਰ ਮੇਰੇ ਮਾਲਕ ਕਹਿੰਦੇ ਨੇ, ਪਰ ਕੋਈ ਹੈ ਜੀਵ, ਕੋਈ ਹੈ ਇਸ ਧਰਤੀ ਦਾ ਜੀਵ ਜਿਹੜਾ ਕਿ ਉਸ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ, ਪੂਰਨ ਤੌਰ ਤੇ ਉਸ ਨੂੰ ਕੰਪਲੀਟ ਬਿਆਨ ਕਰ ਸਕੇ। ਕਿਸੇ ਨੇ ਵੀ ਅੱਜ ਤੱਕ ਉਸ ਨੂੰ ਮੁਕੰਮਲ ਬਿਆਨ ਨਹੀਂ ਕੀਤਾ ਹੈ। ਰੀਬਾਈ ਦਾ ਅਰਥ ਹੁੰਦਾ ਹੈ ਕਿ ਮਹਾਰਾਸ਼ਟਰ ਦੇ ਇਲਾਕੇ ਵਿੱਚ, ਮਹਾਰਾਸ਼ਟਰੀ ਬੋਲੀ ਵਿੱਚ ਭੈਣ ਨੂੰ ਕਿਹਾ ਜਾਂਦਾ ਹੈ, ਔਰ ਬੜਾ ਹੀ ਇਹ ਪਿਆਰ ਵਾਲਾ ਸ਼ਬਦ ਹੈ। ਜਿਵੇਂ ਸਾਡੀ ਬੋਲੀ ਵਿੱਚ ਅਸੀਂ ਪੁੱਤ ਵੇ ਇਸ ਤਰ੍ਹਾਂ ਕਰਕੇ ਬੋਲਦੇ ਹਾਂ ਨਾ, ਤੇ ਉੱਥੇ ਰੀਬਾਈ ਕਰਕੇ ਬੋਲਦੇ ਨੇ ਕਿ ਮੇਰੀ ਭੈਣ, ਭੈਣ ਵੇ। ਇਸ ਤਰ੍ਹਾਂ ਕਰਕੇ ਭਗਤ ਨਾਮਦੇਵ ਜੀ ਦੀ ਅਕਸਰ ਬਾਣੀ ਵਿੱਚ ਇਹ ਰੀਬਾਈ ਸ਼ਬਦ ਜਿਹੜਾ ਹੈ ਉਹ ਤੁਹਾਨੂੰ ਮਿਲੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿਣ ਲੱਗੇ, ਮੇਰੀ ਭੈਣ, ਤੈਨੂੰ ਇੱਕ ਗੱਲ ਦੱਸਾਂ, ਔਰ ਗੱਲ ਬੜੀ ਪਿਆਰੀ ਹੈ ਤੇ ਪਤੇਦਾਰ ਹੈ। ਕਹਿੰਦੇ ਨੇ, ਕੌਣ ਕਹਿ ਕਿਨ ਬੂਝੀ ਹੈ।
ਕਹਿਣ ਲੱਗੇ ਅੱਜ ਤੱਕ ਉਸ ਮੁਕੰਮਲ ਪਰਮਾਤਮਾ ਨੂੰ ਕਿਸੇ ਨੇ ਮੁਕੰਮਲ ਬਿਆਨ ਹੀ ਨਹੀਂ ਕੀਤਾ ਹੈਗਾ, ਕਿਸੇ ਨੇ ਮੁਕੰਮਲ ਬਿਆਨ ਨਹੀਂ ਕੀਤਾ ਹੈ। ਕਿਉਂ? ਕਿਉਂਕਿ ਮਨੁੱਖ ਹੈ ਅਧੂਰਾ, ਤੇ ਅਧੂਰਾ ਬੰਦਾ ਉਸ ਮੁਕੰਮਲ ਨੂੰ ਕੌਣ ਬਿਆਨ ਕਰ ਸਕਦਾ ਹੈ? ਪਰਮਾਤਮਾ ਮੁਕੰਮਲ ਹੈ, ਆਪਣੇ ਆਪ ਵਿੱਚ ਉਹ ਮੁਕੰਮਲ ਹੈ, ਪਰ ਉਸ ਦਾ ਪਾਰਾਵਾਰ ਉਸ ਮੁਕੰਮਲ ਦਾ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਹੈ। ਤੇ ਜੇ ਅਸੀਂ ਕਹੀਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਾਡਾ ਤੁਹਾਡੇ ਤੇ ਬਹੁਤ ਭਰੋਸਾ, ਤੁਹਾਡੇ ਤੇ ਬਹੁਤ ਯਕੀਨ ਹੈ, ਤੇ ਤੁਹਾਡਾ ਕੀ ਇਸ ਬਾਰੇ ਖਿਆਲ ਹੈ? ਭਗਤ ਨਾਮਦੇਵ ਜੀ ਇਹ ਗੱਲ ਆਪ ਜੀ ਤੋਂ ਤਕਰੀਬਨ 200-250 ਸਾਲ ਪਹਿਲਾਂ ਆਖ ਗਏ ਭਈ ਉਸ ਨੂੰ ਪੂਰਨ ਤੌਰ ਤੇ ਮੁਕੰਮਲ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨੇ ਧਰਮ ਗ੍ਰੰਥ ਇਸ ਦੁਨੀਆ ਵਿੱਚ, ਇੰਨੇ ਵੇਦ ਸ਼ਾਸਤਰ ਸਿਮਰਤੀਆਂ, ਇੰਨੇ ਧਰਮ ਗ੍ਰੰਥ ਲਿਖੇ ਗਏ, ਔਰ ਉਹਨਾਂ ਦੇ ਹਜ਼ਾਰਾਂ ਜਿਹੜਾ ਅੰਕ ਨੇ, ਕਈ ਸਾਲ ਲਾ ਕੇ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਕਥ ਦੀ ਕਥਾ ਨੂੰ ਕਥਿਆ ਹੈ, ਬਿਆਨ ਕੀਤਾ ਹੈ। ਕੀ ਉਹਨਾਂ ਨੇ ਮੁਕੰਮਲ ਬਿਆਨ ਨਹੀਂ ਕੀਤਾ ਹੈਗਾ? ਤੇ ਸਤਿਗੁਰੂ ਕਹਿਣ ਲੱਗੇ ਸੱਚ ਤਾਂ ਇਹੀ ਹੈ ਕਿ ਕਥ ਕਥੀ ਕੋਟੀ ਕੋਟ ਉਸ ਮਾਲਕ ਦੀ ਅਕਥ ਦੀ ਕਹਾਣੀ ਨੂੰ ਇਹ ਨਹੀਂ ਹੈ ਕਿ ਨਹੀਂ ਕਥਿਆ ਗਿਆ, ਬੇਅੰਤ ਵਾਰ ਕਥਨ ਕੀਤਾ ਗਿਆ, ਬੇਅੰਤ ਵਾਰ ਲਿਖਿਆ ਗਿਆ ਹੈ, ਬੜੀ ਵਾਰ ਲਿਖਿਆ ਗਿਆ ਹੈ, ਔਰ ਕਰੋੜਾਂ ਵਾਰ ਲਿਖਿਆ ਗਿਆ। ਪਰ ਸਤਿਗੁਰੂ ਕਹਿੰਦੇ ਨੇ ਉਸ ਮਾਲਕ ਦੀ ਮੁਕੰਮਲ ਹਸਤੀ ਨੂੰ ਅੱਜ ਤੱਕ ਕੋਈ ਨਹੀਂ ਬਿਆਨ ਕਰ ਸਕਿਆ। ਸਾਰੇ ਹੀ ਹੱਥ ਖੜੇ ਕਰ ਗਏ, ਸਾਰਿਆਂ ਨੇ ਹੱਥ ਖੜੇ ਕਰਕੇ ਤੁਸੀਂ ਵੇਖੋ ਕਿ 4 ਵੇਦ ਨੇ, ਰਿਗ ਵੇਦ, ਸ਼ਾਮ ਵੇਦ, ਅਰਥ ਵੇਦ, ਯੁਦਰ ਵੇਦ, 27 ਸਿਮਰਤੀਆਂ ਨੇ, 18 ਪੁਰਾਣ ਨੇ, ਔਰ ਈਸਾਈਅਤ ਦੀਆਂ ਪੁਸਤਕਾਂ ਵੀ ਹੈਗੀਆਂ ਨੇ। ਅੰਜੀਲ ਹੈ, ਤੋਰੇਤ ਹੈ, ਤੰਬੂਰ ਹੈ, ਕੁਰਾਨ ਹੈ, ਪੁਰਾਣ ਹੈ, ਕਿੰਨੇ ਸਾਰੇ ਧਰਮ ਗ੍ਰੰਥ। ਪਰ ਪਿੱਛੇ ਕੀ ਲਿਖਿਆ ਹੋਇਆ? ਅੰਤ ਨੂੰ ਕੀ ਲਿਖਿਆ ਹੋਇਆ? ਨਾਇਤੀ। ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਅੰਤ ਨਹੀਂ ਹੈ, ਉਸ ਦਾ ਪਾਰਾਵਾਰ ਨਹੀਂ ਹੈ, ਉਸ ਦਾ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ ਹੈਗਾ। ਸਭ ਉਸ ਮਾਲਕ ਦੀਆਂ ਅਧੂਰੀਆਂ ਹੀ ਕਹਾਣੀਆਂ ਬਿਆਨ ਕਰ ਰਹੇ ਨੇ। ਹਜੇ ਕਿਸੇ ਨੇ ਵੀ ਇਹ ਦਾਅਵਾ ਨਹੀਂ ਕੀਤਾ ਸੀ ਮੁਕੰਮਲ ਬਿਆਨ ਕਰ ਦਿੱਤਾ ਹੈ। ਸਾਰੇ ਹੀ ਹੱਥ ਖੜੇ ਕਰਦੇ ਨੇ, ਜਿੰਨਾ ਕੁਝ ਸਾਨੂੰ ਪਤਾ ਲੱਗਿਆ ਅਸੀਂ ਉਨਾ ਬਿਆਨ ਕਰ ਦਿੱਤਾ। ਪਰਮਾਤਮਾ ਇਸ ਤੋਂ ਵੀ ਪਰੇ ਹੈ, ਇਸ ਤੋਂ ਵੀ ਪਰੇ ਹੈ। ਔਰ ਯਾਦ ਰੱਖਣਾ, ਜਿਹੜੇ ਸਤਿਪੁਰਸ਼ ਨੇ, ਬੰਦਗੀ ਕਰਨ ਵਾਲੇ ਨੇ, ਭਜਨ ਕਰਨ ਵਾਲੇ ਨੇ, ਉਹਨਾਂ ਨੇ ਕਦੇ ਦਾਅਵੇ ਵੀ ਨਹੀਂ ਕੀਤੇ। ਦਾਅਵਾ ਕਰਨ ਵਾਲਾ ਅਧੂਰਾ ਹੁੰਦਾ, ਚੇਤੇ ਰੱਖਿਓ। ਜਿਹੜਾ ਸਤਿਪੁਰਸ਼ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ, ਪਰਮੇਸ਼ਰ ਦਾ ਨਾਮ ਜਪਣ ਵਾਲਾ ਹੈ, ਉਹ ਕਦੇ ਦਾਅਵੇ ਨਹੀਂ ਕਰਦੇ। ਉਹਨਾਂ ਨੇ ਕਿਹਾ ਹਜੇ ਬਹੁਤ ਪਰੇ ਹੈ, ਹਜੇ ਤਾਂ ਅਸੀਂ ਸਾਗਰ ਦੇ ਕਿਨਾਰੇ ਕੁਝ ਸਿੱਪੀਆਂ ਹੀ ਲੱਭ ਰਹੇ ਸੀ, ਹਜੇ ਤਾਂ ਅਸੀਂ ਤਾਰਾਂ ਹੀ ਸੁਰ ਕਰ ਰਹੇ ਸੀ, ਸਾਨੂੰ ਨਹੀਂ ਪਤਾ ਕਿ ਤਾਰ ਵਿਚਕਾਰ ਹੀ ਟੁੱਟ ਜਾਏਗੀ। ਕਿੰਨੇ ਹੀ ਇਸ ਸੰਸਾਰ ਦੇ ਵਿੱਚ ਆਏ, ਭਗਤੀ ਕੀਤੀ, ਪਰਮੇਸ਼ਰ ਦਾ ਨਾਮ ਜਪਿਆ, ਉਹਦੇ ਵਿੱਚ ਲੀਨ ਹੋ ਗਏ, ਉਹਦੇ ਵਿੱਚ ਸਮਾ ਗਏ, ਪਰ ਉਹਦਾ ਪਾਰਾਵਾਰ ਨਹੀਂ ਪਾ ਸਕੇ। ਗੁਰੂ ਸਵਾਰਿਓ, ਯਾਦ ਰੱਖਣਾ, ਜਿਹੜਾ ਧਰਮ ਦੇ ਮਾਰਗ ਤੇ ਤੁਰਦਾ ਹੈ ਉਹ ਕਦੇ ਦਾਅਵਾ ਨਹੀਂ ਕਰਦਾ। ਜਿੱਥੇ ਧਰਮੀ ਦਾਅਵਾ ਨਹੀਂ ਕਰਦਾ, ਉੱਥੇ ਵਿਗਿਆਨਿਕ ਵੀ ਦਾਅਵਾ ਨਹੀਂ ਕਰਦਾ।
ਉਹ ਵੀ ਕਹਿੰਦਾ ਜਿਹੜੀ ਮੈਂ ਖੋਜ ਕੀਤੀ ਹੈ ਇਹ ਅੰਤਿਮ ਖੋਜ ਨਹੀਂ ਹੈ, ਇਹ ਅੰਤਿਮ ਖੋਜ ਨਹੀਂ ਹੈ। ਇਸ ਤੋਂ ਵੀ ਪਰੇ ਕੱਲ ਨੂੰ ਕੋਈ ਹੋਰ ਵਿਗਿਆਨਿਕ ਉੱਠੇਗਾ, ਉਹ ਇਸ ਤੋਂ ਵੀ ਪਰੇ ਅੱਗੇ ਦੀ ਖੋਜ ਕਰ ਸਕਦਾ ਹੈ, ਉਸ ਤੋਂ ਵੀ ਅੱਗੇ ਕੋਈ ਖੋਜ ਕਰ ਸਕਦਾ ਹੈ। ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਅੰਤ ਪਾਉਣ ਦੀ ਤਾਂ ਗੱਲ ਛੱਡ ਦਿਓ, ਉਹਨੂੰ ਮੁਕੰਮਲ ਤੌਰ ਤੇ ਬੁੱਝਣ ਦੀ ਤਾਂ ਗੱਲ ਛੱਡ ਦਿਓ। ਉਸ ਦੇ ਬਣਾਏ ਹੋਏ ਇਸ ਦੁਨੀਆ ਵਿੱਚ ਕਿੰਨੇ ਹੀ ਜੀਵ ਜੰਤੂ ਨੇ। ਇਸ ਕੁਦਰਤ ਨੂੰ ਜਦੋਂ ਆਪਾਂ ਵੇਖਦੇ ਹਾਂ, ਇਸ ਕੁਦਰਤ ਵਿੱਚ ਜਦੋਂ ਅਸੀਂ ਉਸ ਦੇ ਨਜ਼ਾਰੇ ਨੂੰ ਵੇਖਦੇ ਹਾਂ, ਤੇ ਇਹ ਕੁਦਰਤ ਦੇ ਨਜ਼ਾਰੇ ਨੂੰ ਵੇਖ ਕੇ ਹੀ ਅਸੀਂ ਆਸ-ਆਸ ਕਰ ਉੱਠਦੇ ਹਾਂ, ਹੈਰਾਨ ਹੋ ਜਾਂਦੇ ਹਾਂ। ਦਾਤਾ ਕਿੰਨੀਆਂ ਤਰ੍ਹਾਂ ਦੇ ਜੀਵ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਕਿੰਨੇ ਤਰ੍ਹਾਂ ਦੇ ਜੀਵ ਤੂੰ ਪੈਦਾ ਕਰ ਦਿੱਤੇ। ਅਸੀਂ ਤੇ ਹੈਰਾਨ ਹੋ ਜਾਂਦੇ ਹਾਂ। ਇੱਕ ਵਿਗਿਆਨਿਕ ਬਾਰੇ ਸਾਨੂੰ ਪਤਾ ਲੱਗਦਾ ਹੈ, ਉਹਨੇ ਇਹ ਖੋਜ ਕੀਤੀ ਹੈ। ਉਸ ਵਿਗਿਆਨਿਕ ਦਾ ਜੀਵਨ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ ਹੈ? ਨਹੀਂ ਨਹੀਂ ਨਹੀਂ, ਉਹਦੇ ਬਾਰੇ ਕਿਤਾਬਾਂ ਤਿਆਰ ਹੋ ਜਾਂਦੀਆਂ। ਇੱਕ ਵਿਗਿਆਨਿਕ ਬਾਰੇ ਤੁਸੀਂ ਵੇਖੋ 4-4 5-5 ਕਿਤਾਬਾਂ ਤਿਆਰ ਹੋ ਗਈਆਂ, ਤੇ ਬੰਦਾ ਕਹਿੰਦਾ ਹੈ ਵੀ ਇਹ ਕਿਸ ਤਰ੍ਹਾਂ ਦਾ ਸਾਇੰਸਦਾਨ ਹੈ, ਵੀ ਇਹਨੇ ਕਿੰਨੀ ਖੋਜ ਕੀਤੀ ਹੋਏਗੀ ਜਿਹਦੇ ਬਾਰੇ 4-4 5-5 ਕਿਤਾਬਾਂ ਤਿਆਰ ਹੋ ਗਈਆਂ, ਔਰ ਉਹਦੀਆਂ ਅੱਜ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਨੇ। ਚਲੋ ਮੈਂ ਨਾਂ ਵੀ ਲੈ ਦਿੰਦਾ, ਔਰ ਸਤਿਕਾਰਯੋਗ ਨੇ, ਉਹ ਸਾਡੇ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ ਡਾਕਟਰ ਅਬਦੁਲ ਕਲਾਮ ਜੀ। ਹੁਣ ਉਹਨਾਂ ਬਾਰੇ ਕਿੰਨੀਆਂ ਕਿਤਾਬਾਂ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ ਨੇ, ਕਿੰਨਾ ਗਿਆਨ, ਕਿੰਨੀਆਂ ਉਹਨਾਂ ਨੂੰ ਮਿਸਾਈਲ ਮੈਨ ਕਹਿ ਕੇ ਲੋਕੀ ਯਾਦ ਕਰਦੇ ਨੇ, ਬੱਚੇ ਯਾਦ ਕਰਦੇ ਨੇ। ਪਰ ਕਮਾਲ ਹੈ, ਜਿਸ ਰੱਬ ਨੇ, ਜਿਸ ਅੱਲਾਹ ਤਾਲਾ ਨੇ, ਜਿਸ ਖੁਦਾ ਨੇ ਉਹਨਾਂ ਦੀ ਘਾੜਤ ਘੜੀ ਸੀ, ਐਸੀ ਇੱਕ ਦੀ ਗੱਲ ਨਹੀਂ ਹੈ, ਐਸੀ ਇੱਕ ਦੀ ਬਾਤ ਨਹੀਂ ਹੈ। ਕਿੰਨੇ ਹੀ ਨੇ ਉਸ ਮਾਲਕ ਨੇ ਇਸ ਦੁਨੀਆ ਵਿੱਚ ਸਾਇੰਸਦਾਨ ਭੇਜੇ, ਕਿੰਨੇ ਹੀ ਨੇ ਜਿਹੜੇ ਧਰਮੀ ਇਸ ਦੁਨੀਆ ਵਿੱਚ ਭੇਜੇ। ਕਬੀਰ ਸਾਹਿਬ ਦੀ ਗੱਲ ਕਰ ਲਈਏ, ਰਵਿਦਾਸ ਜੀ ਦੀ ਗੱਲ ਕਰ ਲਈਏ, ਨਾਮਦੇਵ ਜੀ ਦੀ ਗੱਲ ਕਰ ਲਈਏ, ਜਿਨ੍ਹਾਂ ਦਾ ਇਹ ਸ਼ਬਦ ਹੈ, ਕਿੱਡਾ ਖਜ਼ਾਨਾ ਦੁਨੀਆ ਦੇ ਸਾਹਮਣੇ ਰੱਖ ਗਏ। ਉਹ ਇੱਕ ਸ਼ਬਦ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ 'ਚ ਪ੍ਰਵਾਨ ਹੋ ਗਿਆ ਹੈ, ਇੱਕ ਸ਼ਬਦ ਗੁਰੂ ਸਾਹਿਬ ਨੇ ਪ੍ਰਵਾਨ ਕਰਕੇ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲ ਗਈ। ਉੱਥੇ ਥਾਂ ਮਿਲ ਗਈ ਜਿਹਨੂੰ ਅਸੀਂ ਪੜ੍ਹਦੇ ਹਾਂ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਸਵਾਰਿਓ, ਕਿਸੇ ਦੀ ਰਚਨਾ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਮਿਲ ਜਾਣੀ, ਇਹ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ। ਤੇ ਗੁਰੂ ਸਵਾਰਿਓ, ਉਸ ਪਰਮੇਸ਼ਵਰ ਨੇ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜਿਨ੍ਹਾਂ ਨੂੰ ਇਸ ਸੰਸਾਰ ਵਿੱਚ ਐਸੇ ਪਿਆਰਿਆਂ ਨੂੰ ਭੇਜਿਆ, ਐਸੇ ਭਗਤਾਂ ਨੂੰ ਭੇਜਿਆ, ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਦਾਅਵੇ ਨਹੀਂ ਕੀਤੇ, ਸਗੋਂ ਆਖਿਆ ਉਸ ਪਰਮੇਸ਼ਵਰ ਬਾਰੇ ਕੁਝ ਵੀ ਕਥਨ ਕਰਨਾ ਇਹ ਬਿਆਨ ਤੋਂ ਪਰੇ ਹੈ, ਇਹ ਕਥਨਾ ਕਰੜਾ ਸਾਰ ਹੈ, ਇਹ ਬਹੁਤ ਔਖਾ ਹੈ। ਉਹਨਾਂ ਆਖਿਆ ਕਿ ਗੂੰਗੇ ਕੀ ਮਠਿਆਈ ਹੈ, ਇਹ ਗੂੰਗੇ ਕੀ ਮਠਿਆਈ ਹੈ। ਤੇ ਜਦੋਂ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਾਂ, ਜਿਹੜੀ ਗੱਲ ਭਗਤ ਨਾਮਦੇਵ ਜੀ ਕਹਿ ਰਹੇ ਨੇ, ਕੌਣ ਕਹਿ ਕਿਨ ਬੂਝੀ ਹੈ, ਕਹਿਣ ਲੱਗੇ ਕਿ ਕੌਣ ਉਸ ਨੂੰ ਮੁਕੰਮਲ ਬਿਆਨ ਕਰ ਸਕਦਾ ਹੈ, ਕੌਣ ਬੁੱਝ ਸਕਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਤਾਂ ਮਨੁੱਖਤਾ ਦੇ ਸਾਹਮਣੇ ਇਸ ਸੱਚ ਨੂੰ ਜਿਹੜਾ ਹੈ ਉਹ ਮੁਕੰਮਲ ਤੌਰ ਤੇ ਰੱਖ ਦਿੰਦੇ ਨੇ। ਕਹਿਣ ਲੱਗੇ ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ।
ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਲਾਮ ਹੈ ਜਪਜੀ ਸਾਹਿਬ ਦੇ ਵਿੱਚ। ਹੋਰ ਪਾਤਸ਼ਾਹ ਜੀ ਇਸ ਗੱਲ ਨੂੰ ਇੱਕ ਵਾਰ ਨਹੀਂ ਕਹਿੰਦੇ, 2 ਵਾਰ ਰਿਪੀਟ ਕਰਦੇ, 2 ਪੌੜੀਆਂ ਚ ਆਉਂਦਾ ਹੈ। ਜੇ ਹੁਣ ਜਾਣਾ ਆਖਾਂ ਨਾਹੀ। ਮੈਂ ਉਸ ਮਾਲਕ ਦੇ ਬਾਰੇ ਜੇ ਜਾਣ ਵੀ ਲਵਾਂ, ਬਿਆਨ ਨਹੀਂ ਕੀਤਾ ਜਾ ਸਕਦਾ, ਮੇਰੇ ਕੋਲ ਸ਼ਬਦ ਨਹੀਂ ਹੈ। ਮੈਂ ਉਸ ਮਾਲਕ ਦੇ ਬਾਰੇ ਮੁਕੰਮਲ ਤੌਰ ਤੇ ਬਿਆਨ ਕਰਦੇ ਹਾਂ। ਔਰ ਸ਼ਬਦ ਵੀ ਮੇਰੇ ਮਾਲਕ ਨੇ ਏਡੇ ਕਮਾਲ ਦੇ, ਏਡੇ ਕਮਾਲ ਦੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਇੱਕ ਓੰਕਾਰ ਕਹਿੰਦੇ ਨੇ ਤਾਂ ਸਾਰੀ ਦੁਨੀਆ ਨੂੰ ਜਿਹੜਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਛਤਰ ਛਾਇਆ ਹੇਠ ਲੈ ਕੇ ਆ ਜਾਂਦੇ ਨੇ। ਉਹ ਇੱਕ ਹੈ ਤੇ ਇੱਕ ਹੋਣ ਦੇ ਬਾਵਜੂਦ ਉਹ ਸਰਵ ਵਿਆਪਕ ਹੈ, ਜ਼ਰਰੇ ਜ਼ਰਰੇ ਵਿੱਚ ਹੈ, ਕਣ ਕਣ ਵਿੱਚ ਹੈ। ਪਰ ਫਿਰ ਵੀ ਸਤਿਗੁਰੂ ਕਹਿੰਦੇ ਨੇ ਜੇ ਹੋ ਜਾਣਾ ਆਖਾਂ ਨਾਹੀ। ਮੇਰੇ ਮਾਲਕ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਮਾਲਕ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈਗਾ। ਉਹ ਕਿੱਡਾ ਵੱਡਾ ਹੈ, ਕਿੱਡਾ ਵਿਸ਼ਾਲ ਹੈ। ਉਹ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਭਾਈ ਪਾਰਾਵਾਰ ਨਹੀਂ ਹੈ, ਅੰਤ ਨਹੀਂ ਹੈ। ਉਹ ਮਾਲਕ ਦਾ, ਵਾਹਿਗੁਰੂ ਪਰਮੇਸ਼ਰ ਦਾ। ਕਹਿਣ ਲੱਗੇ ਕਿ ਭਾਈ ਅੱਜ ਤੱਕ ਜਿਨ੍ਹਾਂ ਨੇ ਵੀ ਬਿਆਨ ਕੀਤਾ ਹੈ, ਜਿਨ੍ਹਾਂ ਨੇ ਵੀ ਬਿਆਨ ਕੀਤਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਖਰ ਉਹਨਾਂ ਨੂੰ ਪਛਤਾਵਾ ਹੀ ਕਰਨਾ ਪਿਆ। ਤੇ ਉਹਨਾਂ ਨੇ ਆਖਿਆ ਵੀ ਇਹ ਸਦੀਵ ਸੱਚ ਨਹੀਂ ਸੀ, ਇਹ ਹਮੇਸ਼ਾ ਵਾਸਤੇ ਨਹੀਂ ਸੀ। ਜਿਉਂ-ਜਿਉਂ ਖੋਜ ਹੋਈ, ਪੜਤਾਲ ਹੋਈ, ਪਤਾ ਲੱਗਿਆ ਨਹੀਂ ਭਾਈ ਇਹ ਪਰਮੇਸ਼ਰ ਵਾਹਿਗੁਰੂ ਜੀ ਦਾ। ਤੇ ਅੰਤ ਪਾਉਣ ਦੀ ਗੱਲ ਛੱਡੋ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇਣ ਨਾ ਅੰਤ। ਉਹਦੀਆਂ ਤੇ ਸਿਫਤਾਂ ਦਾ ਹੀ ਕੋਈ ਅੰਤ ਨਹੀਂ ਹੈ, ਉਹਦੀਆਂ ਤਾਂ ਸਿਫਤਾਂ ਦਾ ਹੀ ਕੋਈ ਅੰਤ ਨਹੀਂ ਹੈ। ਉਸ ਮਾਲਕ ਵਾਹਿਗੁਰੂ ਜੀ ਦੀਆਂ ਸਿਫਤਾਂ ਵੀ ਪਰੇ ਤੋਂ ਪਰੇ ਹੈ। ਸਤਿਗੁਰੂ ਕਹਿਣ ਲੱਗੇ ਵੇਖੋ ਕਤਾਰਾਂ ਲਾ ਕੇ ਖੜੇ ਨੇ ਲੋਕ, ਕਲਮਾਂ ਤੇ ਕਾਗਜ਼ ਪੈਨ ਕਾਪੀਆਂ ਲੈ ਕੇ ਖੜੇ ਨੇ। ਪਰ ਸੱਚ ਇਹ ਹੈ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪਏਗੀ, ਇਹ ਲਿਖਣਾ ਹੀ ਪਏਗਾ। ਉਸ ਮਾਲਕ ਦਾ ਅੰਤ ਨਹੀਂ ਹੈ। ਬਹੁਤਾ ਕਹੀਏ ਬਹੁਤਾ ਹੋਏ, ਉਹ ਪਰੇ ਤੋਂ ਪਰੇ ਹੈ। ਕਿਉਂ? ਕਿਉਂਕਿ ਸੱਚ ਜਾਣਨਾ ਇਹੋ ਜਿਹੇ ਕਿੰਨੇ ਨੇ ਜਿਹਨੇ ਗਨੀਜ਼ ਬੁੱਕ ਵਿੱਚ ਆਪਣਾ ਨਾਂ ਲਿਖਾਣਾ ਚਾਹੁੰਦੇ ਸੀ। ਦਾਅਵੇ ਕਰਨ ਵਾਲੇ, ਦਾਅਵੇ ਕਰਨ ਵਾਲੇ ਗਨੀਜ਼ ਬੁੱਕ ਵਿੱਚ ਨਾਂ ਲਿਖਾਣਾ ਚਾਹੁੰਦੇ ਸੀ। ਯਾਦ ਰੱਖਣਾ, ਮੈਂ ਫੇਰ ਬੇਨਤੀ ਕਰਦੇ ਹਾਂ, ਧਰਮੀ ਬੰਦਾ ਦਾਵਾ ਨਹੀਂ ਕਰਦਾ, ਵਿਗਿਆਨਿਕ ਬੰਦਾ ਦਾਵਾ ਨਹੀਂ ਕਰਦਾ, ਮੂਰਖ ਬੰਦਾ ਦਾਵਾ ਕਰਦਾ ਹੈ। ਤੇ ਸਤਿਗੁਰੂ ਕਹਿਣ ਲੱਗੇ ਦਾਅਵੇ ਕਰਨ ਵਾਲੇ ਯਾਦ ਰੱਖਣ ਕਿ ਅੰਤ ਕਾਰਨ ਕੀਤੇ ਬਿਲ ਲਾਹੇ। ਤੁਹਾਡੇ ਤੋਂ ਪਹਿਲਾਂ ਕਿੰਨੇ ਹੀ ਅੰਤ ਪਾਉਣ ਵਾਲੇ ਤੜਫ ਕੇ ਤੁਰ ਗਏ, ਕਿੰਨੇ ਹੀ ਤੁਰ ਗਏ ਤੜਫ ਤੜਫ ਕੇ। ਭਈ ਅਸੀਂ ਅਖੀਰਲੀ ਗੱਲ ਸੱਚ ਲਿਖ ਜਾਈਏ, ਅਸੀਂ ਕੋਈ ਗੱਲ ਉਸ ਮਾਲਕ ਦੇ ਬਾਰੇ ਵੱਖਰੀ ਲਿਖ ਜਾਈਏ। ਕੀ ਲਿਖਦੇ? ਬੜਾ ਕਥਨ ਕੀਤਾ ਹੋਇਆ, ਬਹੁਤ ਬਿਆਨ ਕੀਤਾ ਹੋਇਆ, ਪਰ ਉਸ ਦਾ ਕੋਈ ਅੰਤ ਨਹੀਂ ਹੈ। ਉਹ ਪਰੇ ਤੋਂ ਪਰੇ ਹੈ। ਉਹ ਮਾਲਕ ਵਾਹਿਗੁਰੂ ਜਿਹੜਾ ਹੈ ਉਹ ਬੇਅੰਤ ਹੈ। ਹਾਂ ਗੁਰੂ ਸਵਾਰਿਓ, ਇੱਕ ਸਮੁੰਦਰ ਵਿੱਚ ਇੱਕ ਗੋਤਾਖੋਰ ਉਤਰਦਾ ਹੈ ਔਰ ਸਮੁੰਦਰ ਦੀ ਡੂੰਘਾਈ ਵਿੱਚ ਉਹ ਜਾਂਦਾ ਹੈ, ਗਹਿਰਾਈ ਵਿੱਚ ਜਾਂਦਾ ਹੈ। ਅਸੀਂ ਉਸ ਨੂੰ ਗਹਿਰਾਈ ਵੱਲ ਜਾਂਦਿਆਂ ਵੇਖ ਕੇ ਹੈਰਾਨ ਜ਼ਰੂਰ ਹੁੰਦੇ ਹਾਂ। ਸਮੁੰਦਰ ਵਿੱਚੋਂ ਕੁਝ ਉੱਤਮ ਪਦਾਰਥ ਉਹ ਕੱਢ ਕੇ ਲਿਆਉਂਦਾ ਹੈ। ਅਸੀਂ ਆਸ-ਆਸ ਕਰ ਉੱਠਦੇ ਹਾਂ। ਅਸੀਂ ਕਹਿੰਦੇ ਹਾਂ ਵੇਖੋ ਸਮੁੰਦਰ ਦੀ ਗਹਿਰਾਈ ਵਿੱਚੋਂ ਉਤਰਿਆ ਸੀ, ਉਹਦੇ ਵਿੱਚੋਂ ਇਹ ਰਤਨ ਕੱਢ ਕੇ ਲਿਆਇਆ। ਲੋਕਾਂ ਨੇ ਸਮੁੰਦਰ ਨੂੰ, ਉਹਨਾਂ ਦੇਵਤਿਆਂ ਨੇ ਰਿੜਕਿਆ ਵੀ, 14 ਰਤਨ ਕੱਢੇ ਵੀ, ਪਰ ਅਖੀਰ ਵਿੱਚ ਹੱਥ ਖੜੇ ਕਰ ਗਏ, ਕੋਈ ਪਾਰਾਵਾਰ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਹਜੇ ਅਸੀਂ ਕੁਝ ਵੀ ਨਹੀਂ ਲੈ ਕੇ ਆਏ, ਇਹ ਤਾਂ ਕੁਝ ਮੋਤੀ ਸਨ, ਕੁਝ ਸਿੱਪੀਆਂ ਸਨ। ਉਹ ਉਸ ਤੋਂ ਵੀ ਪਰੇ ਹੈਗਾ, ਉਸ ਤੋਂ ਵੀ ਪਰੇ ਹੈਗਾ। ਮੇਰੇ ਮਾਲਕ ਕਹਿੰਦੇ ਨੇ ਯਾਦ ਰੱਖੋ ਭਾਈ, ਤੂੰ ਬੇਅੰਤ ਕੋ ਵਿਰਲਾ ਜਾਣ ਹੈ। ਤੂੰ ਬੜਾ ਬੇਅੰਤ ਹੈ, ਬਹੁਤ ਬੇਅੰਤ ਹੈ। ਕੋਈ ਇਸ ਗੱਲ ਨੂੰ ਵੀ ਵਿਰਲਾ ਹੀ ਜਾਣਦਾ ਹੈ, ਕੋਈ ਇਸ ਗੱਲ ਨੂੰ ਵਿਰਲਾ ਹੀ ਜਾਣਦਾ ਹੈ। ਜਿਹੜੇ ਜਾਣ ਲੈਂਦੇ ਨੇ ਉਹ ਉਸ ਮਾਲਕ ਦੇ ਅੱਗੇ ਨਮਸਕਾਰਾਂ ਕਰਦੇ ਨੇ,
उस मालिक नूं सिजदा करते ने, उस मालिक की बंदगी करते ने। ਜਿਹੜੇ नहीं जानते वो फिर दावे करते ने, वो फिर लोकां दे विच ढंडोरे पिटदे ने और उन्हां ने फिर एजेंट रखे हुए ने। देखो जी साडे बाबा जी तुहानूं परमेश्वर नूं मिला देणगे, तुहानूं परमात्मा नूं मिला देणगे। उन्हां ने परमात्मा नूं पा लिया, उन्हां ने रब नूं पा लिया। ऐसे किन्ने ही ने। धन गुरु नानक साहब महाराज जी दे वेले भी दावे करन वाले बहुत सन, जिन्हां ने आख्या सानू शिवपुरी दे दर्शन हो रहे ने, सानू इंद्रपुरी दे दर्शन हो रहे ने, सानू त्रैलोकी दे दर्शन हो रहे ने। पर सतगुरु महाराज ने जदों खेड वरताई ते मरदाने नूं कहा, मरदानिया इन्हां महापुरुषां दा गड़वा चुक के जरा पिछे रख दिओ। ਜਿਹੜੇ दावे कर रहे ने इन्हां दा गड़वा चुक के माड़ा जिहा पिछे झाड़ियां च लुका दिओ। ते सतगुरु पुछदे ने, बाबा जी ये लोग पुछ रहे ने, हुण ये लोग पुछ रहे ने, तुसीं कहंदे सी शिवपुरी दे दर्शन हो रहे ने, इंद्रपुरी दे दर्शन हो रहे ने, तुहानूं हर पासे दा पता हैगा, दसो खां तुहाडा गड़वा कित्थे आ जिहदे च माया पै रही है। हुण माया पैणी बंद हो गई, तुहाडी अख खुल गई ते तुहाडा लोटा कित्थे है, तुहाडा गड़वा कित्थे है। हुण उन्हां नूं अपने पिछे पिया होया गड़वा, वो लोटा जिहड़ा वो नज़र ही नहीं आया। फिर कहण लगे संतां नाल तुसीं मश्करी कर रहे हो। सतगुरु कहण लगे दावे तां बहुत वड्डे वड्डे सी, दावे तां बहुत वड्डे वड्डे सी। साडी भी हालत अज यही है, साडी भी हालत जिहड़ी है ना रब बारे कुछ कुछ इसे तरह दी है। ਗਿਆਨੀ ਜਸਵੰਤ ਸਿੰਘ जी परवाना जी ने बड़ी प्यारी गाथा लिखी। वो कहते किसी प्रचारक नूं कथावाचक नूं जिहड़ा वो सद लिया कि बई वारता कथा वारता सुननी है तुहाडे कोलों, तुसीं बड़ी प्यारी कथा वारता सुणाउंदे हो ते असीं तुहानूं जिहड़ा खर्चा पानी देंगे, टिकटां भी देंगे, रहण दा प्रबंध भी करांगे, तो असीं ना सानूं कथा वारता सुणा जाओ। वो कहण लगे जी मेरा तो काम ही कथा वारता सुनाना है, तुसीं प्रोग्राम उलीको मैं जरूर आवांगा। प्रोग्राम उलीक दिता गया, तरीकां मिथ दित्तियां गईयां ते कथा सुनाण वास्ते पुज भी गए, प्रबंधक लैण आए, रहन सहन का प्रबंध किया, बहुत सेवा की, बड़ी रज के सेवा की। जदों कथा का वेला होया ते सारे लोग जिहड़े कथा सुनन वाले सन, वारता सुनन वाले सी, वो सारे ही आ गए ते सारे आए बड़े प्यार नाल बैठे। ये बाबा जी कहण लगे जी मैं कथा ते सुनावांगा, तुसीं कथा सुनन आए हो। कहण लगे जी कथा सुनन आए हैं। कहंदे पर मैं कथा सुनाण तो पहला एक सवाल पुछदा हुंदा। हुण संगत भी हैरान सी, लोग भी हैरान सन भी कमाल दी गल है कि ये पहले ही ने जिहड़े कहण लगे भी कथा सुनाउण तो पहला मैं सवाल पुछदा हुंदा। आखिर एक दो ने कहा कोई गल नहीं जी पुछो, असीं तां नितां प्रति सत्संग करदे हां, नितां प्रति सत्संग विच आउणे आ, पुछो की पुछना है। ते बाबा जी कहण लगे पक्की गल है? कहण लगे जी हाँ पुछो। उन्हां आख्या जी फिर सवाल का जवाब दिओ कि तुसीं रब बारे जाणदे हो? ते सारियां ने हत्थ खड़े कर दिते। कहण लगे जी सानू रब बारे बड़ा कुछ पता है, असीं रब बारे जाणदे हां, पुछो रब बारे की तुसीं पुछना है। बाबा जी कहण लगे जे तुहानू रब बारे पता ही है फिर मैं तां तुहानू रब बारे ही दस्सण आया सी, मैं चलिया भई मैं तां तुहानू रब बारे ही दस्सण आया सी, परमेश्वर बारे ही दस्सण आया सी, तुहानू तो पहलां ही पता है रब बारे, मैं तुहानू की कथा वार्ता सुनानी, मैं चलिया। उठ गए प्रबंधक परेशान ने, वो कहण लगे भी कमाल दे बंदे ने, असीं सद्दिया सारा कुछ कीता, कथा तो होई नहीं, वारता तो होई नहीं, ये तो काम खराब हो गया। इवें करते हैं चलो दूजे धार्मिक स्थान की बेनती करते हैं। उन्होंने कहा बाबा जी साडे कोल दूजा धार्मिक स्थान हैगा, उत्थे चल के तुसी कथा कर दिओ। वो कहणगे जी कोई गल नहीं, आपां उत्थे कथा कर दिंदे आ।
ਹੁਣ ਇਹ ਵਿੱਚੋਂ ਇੱਕ ਬੰਦਾ ਨਿਕਲ ਗਿਆ, ਕਹਿਣ ਲੱਗੇ ਬਾਬਾ ਜੀ ਦੂਜੇ ਧਾਰਮਿਕ ਸਥਾਨ ਤੇ ਕਥਾ ਕਰਨਗੇ, ਤੁਸੀਂ ਐਵੇਂ ਕਰੋ, ਤੁਸੀਂ ਰਾਹ ਚੇਂਜ ਕਰਕੇ ਦੂਜੇ ਰਸਤੇ ਤੋਂ ਉੱਥੇ ਪੁੱਜ ਜਾਓ। ਬੰਦੇ ਤੇ ਉਹੀ ਸਨ, ਉਹ ਸਾਰੇ ਉੱਥੇ ਹੀ ਰਹਿੰਦੇ ਸੀ ਉਸੇ ਮਹੱਲੇ 'ਚ। ਉਹ ਰਾਹ ਚੇਂਜ ਕਰਕੇ ਦੂਜੇ ਪਾਸੇ ਚੱਲ ਗਏ। ਜਦੋਂ ਦੂਜੇ ਪਾਸੇ ਗਏ, ਸਾਰੀ ਭੀੜ ਇਕੱਠੀ ਹੋ ਗਈ, ਲੋਕ ਇਕੱਠੇ ਹੋ ਗਏ, ਬੈਠੇ ਹੋਏ ਨੇ। ਤੇ ਬਾਬਾ ਜੀ ਨੇ ਫੇਰ ਆਖਿਆ, ਕਹਿਣ ਲੱਗੇ ਜੀ ਕਥਾ ਸੁਣਨ ਵਾਸਤੇ ਆਏ ਹੋ? ਕਹਿੰਦੇ ਹਾਂ, ਵਾਰਤਾ ਸੁਣਨ ਆਏ ਆ। ਉਹ ਕਹਿਣ ਲੱਗੇ ਵੀ ਮੈਂ ਕਥਾ ਜ਼ਰੂਰ ਸੁਣਾਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਤੇ ਸਵਾਲ ਪੁੱਛਦਾ ਹੁੰਦਾ। ਹੁਣ ਸੰਗਤ ਨੂੰ, ਉਹਨਾਂ ਨੂੰ ਕੁਝ ਪਤਾ ਸੀ ਵੀ ਇਸ ਸਵਾਲ ਕੀ ਹੋ ਸਕਦਾ। ਥੋੜੇ ਚੇਤੰਨ ਹੋ ਗਏ, ਥੋੜੇ ਹੁਸ਼ਿਆਰ ਹੋ ਗਏ। ਉਹਨਾਂ ਆਖਿਆ ਜੀ ਸਵਾਲ ਕਰੋ, ਅਸੀਂ ਤੁਹਾਡੇ ਕੋਲੋਂ ਕਥਾ ਵਾਰਤਾ ਜ਼ਰੂਰ ਸੁਣਨੀ ਹੈ, ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਪੁੱਛੋ ਕੀ ਪੁੱਛਣਾ ਹੈ? ਉਹ ਕਹਿਣ ਲੱਗੇ ਤੁਹਾਨੂੰ ਰੱਬ ਬਾਰੇ ਪਤਾ ਹੈ? ਤੁਹਾਨੂੰ ਰੱਬ ਬਾਰੇ ਗਿਆਨ ਹੈਗਾ? ਕਿਸੇ ਨੇ ਵੀ ਹੱਥ ਨਹੀਂ ਖੜਾ ਕੀਤਾ, ਸਾਰੇ ਚੁੱਪ ਕਰ ਗਏ। ਕਹਿਣ ਲੱਗੇ ਜੀ ਸਾਨੂੰ ਰੱਬ ਬਾਰੇ ਪਤਾ ਹੀ ਨਹੀਂ ਹੈ, ਰੱਬ ਹੈ ਕੀ ਹੈ, ਕਿਹੜੀ ਸ਼ੈ, ਕਿੱਥੇ ਰਹਿੰਦਾ ਹੈ? ਉਹ ਕਹਿਣ ਲੱਗੇ ਮਹਾਂਪੁਰਖ ਜੇ ਤੁਹਾਨੂੰ ਰੱਬ ਬਾਰੇ ਕੁਝ ਪਤਾ ਹੀ ਨਹੀਂ, ਫਿਰ ਤੁਹਾਨੂੰ ਮੈਂ ਕੀ ਦੱਸਾਂ, ਤੁਸੀਂ ਤੇ ਨਾਸਤਕ ਬੰਦੇ ਹੋ। ਬਈ ਜਿਨ੍ਹਾਂ ਨੂੰ ਰੱਬ ਬਾਰੇ ਹੀ ਗਿਆਨ ਨਹੀਂ, ਰੱਬ ਬਾਰੇ ਸੋਝੀ ਨਹੀਂ ਹੈਗੀ ਹੈ, ਮੈਂ ਉਹਨਾਂ ਨੂੰ ਰੱਬ ਬਾਰੇ ਕੀ ਦੱਸਾਂ? ਤੁਹਾਨੂੰ ਤੇ ਰੱਬ ਬਾਰੇ ਪਤਾ ਹੀ ਨਹੀਂ ਹੈ, ਕੁਝ ਸਮਝ ਹੀ ਨਹੀਂ ਹੈਗੀ ਹੈ। ਫਿਰ ਕਥਾ ਨਾ ਹੋਈ। ਫਿਰ ਪ੍ਰਬੰਧਕ ਪਰੇਸ਼ਾਨ ਹੋ ਗਏ ਵੀ ਵਾਰਤਾ ਤੇ ਹੋਈ ਨਹੀਂ, ਕਥਾ ਤੇ ਹੋਈ ਨਹੀਂ ਹੈ, ਇਹਦੇ ਕਥਾ ਹੀ ਨਹੀਂ ਸੁਣਾ ਰਹੇ। ਚਲੋ ਇੱਕ ਬੰਦੇ ਨੇ ਫਿਰ ਵਿੱਚੋਂ ਕਿਹਾ ਵੀ ਐਡਾ ਖਰਚਾ ਹੋ ਗਿਆ, ਇੰਨਾ ਕੁਝ ਹੋ ਗਿਆ, ਕਥਾ ਤੇ ਜ਼ਰੂਰ ਸੁਣਨੀ ਹੈ। ਫਿਰ ਬੇਨਤੀ ਕੀਤੀ, ਬਾਬਾ ਜੀ ਸਾਡੇ ਕੋਲ ਇੱਕ ਸਥਾਨ ਹੋਰ ਹੈਗਾ, ਤੁਸੀਂ ਉੱਥੇ ਕਥਾ ਕਰ ਦਿਓ, ਉੱਥੇ ਰੱਬ ਦੀਆਂ ਬਾਤਾਂ ਸੁਣਾ ਦਿਓ। ਉਹ ਕਹਿਣ ਲੱਗੇ ਜੀ ਮੈਂ ਤੇ ਆਇਆ ਹੀ ਕਥਾ ਸੁਣਾਉਣਾ, ਸੁਣੋ ਤੁਸੀਂ ਚਲੋ। ਉੱਥੇ ਚੱਲ ਗਏ। ਵਿੱਚੋਂ ਇੱਕ ਬੰਦਾ ਫੇਰ ਨਿਕਲ ਗਿਆ, ਤੀਜੇ ਸਥਾਨ ਤੇ ਬਾਬਾ ਜੀ ਕਥਾ ਕਰਨਗੇ, ਉੱਥੇ ਚਲੀਏ। ਉੱਥੇ ਚੱਲ ਗਏ। ਜਦੋਂ ਉੱਥੇ ਗਏ, ਸਾਰੇ ਲੋਕ ਇਕੱਠੇ ਹੋ ਕੇ ਬੈਠੇ ਨੇ। ਹੁਣ ਜਦੋਂ ਇਕੱਠੇ ਬੈਠੇ ਨੇ, ਬਾਬਾ ਜੀ ਨੇ ਫੇਰ ਕਹਿਣ ਲੱਗੇ ਜੀ ਕਥਾ ਸੁਣਨ ਆਏ ਹੋ? ਕਹਿੰਦੇ ਹਾਂਜੀ, ਵਾਰਤਾ ਸੁਣਨ ਆਏ ਆ, ਰੱਬ ਦੀਆਂ ਬਾਤਾਂ ਸੁਣਨ ਆਏ ਆ। ਕਹਿੰਦੇ ਮੈਂ ਤੇ ਸਵਾਲ ਕਰਦਾ ਹੁੰਦਾ ਵੀ ਕਥਾ ਸੁਣਾਉਣ ਤੋਂ ਪਹਿਲਾਂ ਮੈਂ ਤੇ ਸਵਾਲ ਕਰਦਾ ਹੁੰਦਾ, ਤੁਸੀਂ ਜਵਾਬ ਦਿਓਗੇ? ਹੁਣ ਸਾਰੇ ਹੁਸ਼ਿਆਰ ਸਨ, ਪਹਿਲੇ 2 ਸਵਾਲਾਂ ਦਾ ਆਨਸਰ ਦੇ ਚੁੱਕੇ ਸਨ ਕਿ ਕੀ ਰਿਜ਼ਲਟ ਨਿਕਲਿਆ ਉਹਨਾਂ ਨੂੰ ਪਤਾ ਸੀ। ਤੇ ਮਨ ਵਿੱਚ ਸੀ ਵੀ ਐਤਕੀ ਕਥਾ ਸੁਣਨ ਤੋਂ ਬਿਨਾਂ ਨਹੀਂ ਰਹਿੰਦੇ। ਜੇ ਬਾਬਾ ਜੀ ਸਵਾਲ ਇਸ ਤਰ੍ਹਾਂ ਕਰ ਰਹੇ ਨੇ, ਆਪਾਂ ਵੀ ਫਿਰ ਜਵਾਬ ਉਸੇ ਤਰ੍ਹਾਂ ਦੇਵਾਂਗੇ। ਸਾਰੇ ਚੇਤੰਨ ਹੋ ਗਏ, ਸਲਾਹ ਮਿਲਾ ਲਈ। ਇੱਕ ਪਾਸੇ ਬੀਬੀਆਂ ਬੈਠ ਗਈਆਂ, ਇੱਕ ਪਾਸੇ ਬੰਦੇ ਬਹਿ ਗਏ। ਬਾਬਾ ਜੀ ਨੇ ਕਿਹਾ ਸਵਾਲ ਕਰਾਂ? ਕਹਿਣ ਲੱਗੇ ਜੀ ਸਵਾਲ ਕਰੋ। ਉਹ ਆਖਣ ਲੱਗੇ ਮਹਾਂਪੁਰਸ਼ ਇਹ ਦੱਸੋ ਵੀ ਰੱਬ ਬਾਰੇ ਤੁਹਾਨੂੰ ਪਤਾ ਹੈ? ਰੱਬ ਬਾਰੇ ਤੁਹਾਨੂੰ ਜਾਣਕਾਰੀ ਹੈਗੀ ਹੈ? ਤੇ ਇੱਕ ਪਾਸਿਆਂ ਦੇ ਨੇ ਹੱਥ ਖੜਾ ਕਰ ਲਿਆ, ਇੱਕ ਪਾਸੇ ਵਾਲਿਆਂ ਨੇ ਬਿਲਕੁਲ ਹੱਥ ਨਹੀਂ ਖੜਾ ਕੀਤਾ। ਭਾਵ ਇਹ ਸੀ ਵੀ ਅੱਧਿਆਂ ਨੂੰ ਪਤਾ ਹੈ ਰੱਬ ਬਾਰੇ ਹੈਗਾ, ਸਾਨੂੰ ਜਾਣਕਾਰੀ ਹੈਗੀ ਹੈ, ਤੇ ਅੱਧਿਆਂ ਨੇ ਬਿਲਕੁਲ ਨਾ ਕਰ ਦਿੱਤੀ, ਸਾਨੂੰ ਰੱਬ ਬਾਰੇ ਪਤਾ ਹੀ ਨਹੀਂ। ਉਹਨਾਂ ਆਖਿਆ ਚੰਗਾ, ਫਿਰ ਜਿਨ੍ਹਾਂ ਨੂੰ ਪਤਾ ਹੈ ਤੁਸੀਂ ਇਹਨਾਂ ਨੂੰ ਦੱਸ ਦਿਓ, ਮੈਂ ਕਥਾ ਕਰਕੇ ਕੀ ਕਰਨਾ। ਵੀ ਜਿਨ੍ਹਾਂ ਨੂੰ ਰੱਬ ਬਾਰੇ ਜਾਣਕਾਰੀ ਹੈ ਤੁਸੀਂ ਇਹਨਾਂ ਨੂੰ ਦੱਸ ਦਿਓ ਵੀ ਰੱਬ ਬਾਰੇ ਇਹ ਜਾਣਕਾਰੀ ਹੈ, ਇਹ ਪਤਾ ਹੈਗਾ ਹੈ। ਗੁਰੂ ਸਵਾਰਿਓ, ਅਸੀਂ ਸੁਣੀਆਂ ਸੁਣਾਈਆਂ ਗੱਲਾਂ ਹੀ ਕਰੀ ਜਾ ਰਹੇ ਹਾਂ। ਰੱਬ ਬਾਰੇ ਕੀ ਅਨੁਭਵ ਹੈ, ਰੱਬ ਬਾਰੇ ਕੀ ਗਿਆਨ ਹੈ, ਚੇਤੇ ਰੱਖਣਾ। ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਏ ਵਿਡਾਣ। ਇੱਥੇ ਤਾਂ ਦੇਵਤੇ ਵੀ ਫੇਲ ਹੋ ਗਏ। ਉਹ ਰੱਬ ਪਰੇ ਤੋਂ ਪਰੇ ਹੈ, ਉਸ ਨੂੰ ਮੁਕੰਮਲ ਕੋਈ ਬਿਆਨ ਨਹੀਂ ਕਰ ਸਕਦਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਕੌਣ ਕਹੈ ਕਿਨ ਬੂਝੀਐ, ਰਮਈਆ ਆਕੁਲ ਰੀ ਬਾਈ। ਉਹ ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਕਿਵੇਂ ਹੈ, ਉਸ ਨੂੰ ਮੁਕੰਮਲ ਕੋਈ ਬਿਆਨ ਨਹੀਂ ਕਰ ਸਕਦਾ। ਕਹਿਣਗੇ ਉਹ ਕੁਲ ਰਹਿਤ ਹੈ, ਉਹਦੀ ਕੋਈ ਕੁਲ ਨਹੀਂ ਹੈ। ਅਸੀਂ ਉਸ ਪਰਮਾਤਮਾ ਨੂੰ ਆਪਣੀ ਕੁਲਾਂ ਨਾਲ ਜੋੜ ਕੇ ਵੇਖ ਲਿਆ। ਰੱਬ ਮੇਰੀ ਕੁਲ ਵਿੱਚ ਪ੍ਰਗਟ ਹੋਇਆ, ਰੱਬ ਮੇਰੀ ਕੁਲ ਵਿੱਚ ਪ੍ਰਗਟ ਹੋਇਆ। ਦਾਅਵੇ ਹੀ ਕਰੀ ਜਾ ਰਹੇ ਹਾਂ, ਦਾਅਵੇ ਹੀ ਕਰੀ ਜਾ ਰਹੇ ਹਾਂ। ਕੋਈ ਇਨਸਾਨ ਚੰਗਾ ਹੋ ਸਕਦਾ ਹੈ, ਧਰਮੀ ਹੋ ਸਕਦਾ ਹੈ, ਮਹਾਪੁਰਸ਼ ਹੋ ਸਕਦਾ ਹੈ, ਪਰ ਚੇਤੇ ਰੱਖਣਾ
ਅਸੀਂ ਤੇ ਉਸ ਨੂੰ ਰੱਬ ਬਣਾ ਕੇ ਪ੍ਰਗਟ ਕਰ ਦਿੱਤਾ। ਤੇ ਭਗਤ ਜੀ ਕਹਿੰਦੇ ਨੇ ਉਹ ਆकुल ਹੈ, ਉਹਦੀ ਕੋਈ ਕੁਲ ਨਹੀਂ ਹੈ, ਕੋਈ ਜਾਤ ਨਹੀਂ ਹੈ, ਉਹਦਾ ਕੋਈ ਮਜ਼ਹਬ ਨਹੀਂ ਹੈ। ਸਾਰੀਆਂ ਕੁੱਲਾਂ ਹੀ ਉਸ ਦੀਆਂ ਨੇ, ਸਾਰੀਆਂ ਜਾਤਾਂ ਹੀ ਉਸ ਦੀਆਂ ਨੇ, ਸਾਰੇ ਮਜ਼ਹਬ ਹੀ ਉਸ ਦੇ ਨੇ। ਉਹ ਸਾਰਿਆਂ ਵਿੱਚ ਵਸਦਾ ਹੈ, ਉਹ ਪ੍ਰਮਾਤਮਾ ਸਾਰਿਆਂ ਵਿੱਚ ਵਸਦਾ ਹੈ। ਤੇ ਹੈ ਕਿਸ ਤਰ੍ਹਾਂ ਦਾ ਉਹ ਨਿਰੰਕਾਰ? ਮੇਰੇ ਮਾਲਕ ਕਹਿੰਦੇ ਨੇ ਕਿਵੇਂ ਦੀ ਉਹ ਹੈ, ਉਸ ਬਾਰੇ ਥੋੜੀ ਜੀ ਗੱਲ ਭਗਤ ਨਾਮਦੇਵ ਜੀ ਖੋਲਦੇ ਨੇ। ਕਹਿਣ ਲੱਗੇ, ਮਲੈ ਨ ਲਾਛੈ ਪਾਰ ਮਲੋ, ਪਰ ਮੀਲੋ ਬੈਠੋ ਰੀ ਆਈ, ਆਵਤ ਕਿਨੈ ਨ ਪੇਖਿਓ, ਕਵਨੇ ਜਾਣੈ ਰੀ ਬਾਈ। ਭਗਤ ਨਾਮਦੇਵ ਜੀ ਕਹਿਣ ਲੱਗੇ, ਮਲੈ ਨਾ ਲਾਛੈ, ਉਹਨੂੰ ਮੈਲ ਨਹੀਂ ਹੈ, ਉਹ ਮੈਲ ਤੋਂ ਰਹਿਤ ਹੈ। ਲਾਛੈ ਲਾਂਛਨ ਦਾਗ। ਕਹਿਣ ਲੱਗੇ ਉਸ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਜਿਹੜਾ ਮੈਲ ਦਾ ਪ੍ਰਭਾਵ ਨਹੀਂ ਹੈ, ਮੈਲਾ ਨਹੀਂ ਹੈ, ਉਹ ਬਿਲਕੁਲ ਸ਼ੁੱਧ ਸਰੂਪ ਹੈ। ਕਹਿਣ ਲੱਗੇ ਕਿਸੇ ਵੀ ਪ੍ਰਕਾਰ ਦਾ ਦਾਗ ਉਸ ਮਾਲਕ ਤੇ ਨਹੀਂ ਹੈ। ਦਾਗ ਕਿੰਨਾਂ ਤੇ ਹੈ? ਦਾਗ ਤਾਂ ਮਾਇਆਵੀ ਸੰਸਾਰ ਤੇ ਹੈ। ਦਾਗ ਤਾਂ ਉਹਨਾਂ ਤੇ ਹੈ ਜਿਹੜੇ ਮਟੀਰੀਅਲ ਦੇ ਬਣੇ ਨੇ। ਉਹ ਤਾਂ ਉਸ ਮਟੀਰੀਅਲ ਦਾ ਬਣਿਆ ਹੀ ਨਹੀਂ ਹੋਇਆ ਹੈ, ਉਹ ਤਾਂ ਮਾਇਆ ਤੋਂ ਬੇਦਾਗ ਹੈਗਾ, ਮਾਇਆ ਤੋਂ ਰਹਿਤ ਹੈਗਾ। ਤੇ ਸਤਿਗੁਰੂ ਕਹਿੰਦੇ ਨੇ ਮੈਲਾ ਕੌਣ ਹੁੰਦਾ ਹੈ? ਮੈਲਾ ਉਹ ਹੈ ਜਿਹੜਾ ਉਸ ਨਿਰੰਕਾਰ ਨੇ ਭੇਜਿਆ ਸੀ ਇਸ ਦੁਨੀਆ ਵਿੱਚ, ਔਰ ਉਸ ਨਿਰੰਕਾਰ ਨੂੰ ਭੁੱਲ ਕੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਹੜਾ ਮਾਇਆ ਦੇ ਪ੍ਰਭਾਵ ਹੇਠ ਆ ਗਿਆ, ਉਹਨੂੰ ਦਾਗ ਲੱਗ ਗਿਆ। ਉਹ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਅਛੂਤ ਹੈ, ਉਹ ਮਾਇਆ ਤੋਂ ਪਰੇ ਹੈਗਾ, ਉਹਨੂੰ ਕੋਈ ਦਾਗ ਨਹੀਂ ਹੈ। ਤੇ ਗੁਰੂ ਸਵਾਰਿਓ, ਜਦੋਂ ਅਸੀਂ ਭਗਤ ਨਾਮਦੇਵ ਜੀ ਨੂੰ ਪੁੱਛਦੇ ਹਾਂ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਉਹ ਬੇਦਾਗ ਸ਼ਖਸੀਅਤ ਹੈ, ਕੋਈ ਦਾਗ ਨਹੀਂ। ਤੇ ਦੂਜੀ ਗੱਲ, ਉਹ ਮੈਲਾ ਨਹੀਂ ਹੈ। ਕਹਿਣ ਲੱਗੇ ਉਹ ਤੇ ਪਰ ਮੀਲੋ ਬੈਠੋ ਰੀ ਆਈ, ਉਹ ਤਾਂ ਐਵੇਂ ਹੈ ਜਿਵੇਂ ਫੁੱਲ ਵਿੱਚ ਖੁਸ਼ਬੂ ਬੈਠੀ ਹੋਈ ਹੈ, ਜਿਵੇਂ ਕਿਸੇ ਫੁੱਲ ਵਿੱਚ ਸੁਗੰਧੀ ਹੈ, ਇਸ ਤਰ੍ਹਾਂ ਉਹ ਮੇਰਾ ਮਾਲਕ ਵਸਿਆ ਹੋਇਆ। ਤੇ ਜਦੋਂ ਕਬੀਰ ਸਾਹਿਬ ਨੂੰ ਮੈਂ ਪੁੱਛਦਾ ਤੇ ਕਬੀਰ ਸਾਹਿਬ ਕਹਿੰਦੇ ਨੇ, ਭਾਈ ਇਹ ਦੁਨੀਆ ਨੂੰ ਦੇਖਦੇ ਹਾਂ ਤੇ ਇਸ ਦੁਨੀਆ ਵਿੱਚ ਮੈਲੇ ਬਹੁਤ ਨੇ, ਬਹੁਤ ਨੇ। ਇੱਕ ਦੋ ਨਹੀਂ ਲਿਸਟ ਬਿਆਨ ਕਰਦੇ। ਮੈਲਾ ਬ੍ਰਹਮਾ, ਮੈਲਾ ਇੰਦ, ਰੱਬ ਮੈਲਾ, ਮੈਲਾ ਹੈ ਚੰਦ, ਮੈਲਾ ਮਲਤਾ ਇਹ ਸੰਸਾਰ। ਭਗਤ ਕਬੀਰ ਸਾਹਿਬ ਨੇ ਭੈਰੋ ਰਾਗ ਵਿੱਚ ਇਹ ਗੱਲ ਨੂੰ ਹੋਰ ਨੇੜੇ ਲਾ ਦਿੱਤਾ ਜਾਂ ਖੋਲ ਦਿੱਤਾ। ਉਹ ਕਹਿਣ ਲੱਗੇ, ਉਹ ਭਾਈ ਚੇਤੇ ਰੱਖੋ, ਮੈਂ ਮਲੈ ਨ ਲਾਛੈ ਪਾਰ ਮਲੋ। ਭਗਤ ਨਾਮਦੇਵ ਜੀ ਕਹਿੰਦੇ ਇੱਕੋ ਹੀ ਹੈ ਜਿਹੜਾ ਮੈਲ ਰਹਿਤ ਹੈ, ਬਾਕੀ ਤੇ ਬ੍ਰਹਮਾ ਵੀ ਮੈਲਾ, ਇੰਦਰ ਮੈਲਾ, ਰੱਬ ਮੈਲਾ, ਚੰਦਰਮਾ ਮੈਲਾ, ਮੈਲਾ ਮਲਤਾ ਇਹ ਸੰਸਾਰ। ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ। ਇੱਕ ਪਰਮਾਤਮਾ ਹੀ ਹੈ ਜਿਹੜਾ ਨਿਰਮਲ ਹੈ, ਜਿਹਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਜਿਹੜਾ ਪੋਪ ਮਦਵ ਜੋ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਭਾਈ। ਕਹਿਣ ਲੱਗੇ ਉਹ ਪਰਮਾਤਮਾ ਜਿਵੇਂ ਪੁਸ਼ਪ ਦੇ ਵਿੱਚ ਖੁਸ਼ਬੂ ਵਸਦੀ ਹੈ, ਇਸ ਤਰ੍ਹਾਂ ਵਸਿਆ ਹੋਇਆ। ਆਵਤ ਕਿੰਨਾ ਨਾ ਵੇਖਿਓ, ਉਹਨੂੰ ਆਉਂਦਿਆਂ ਹੋਇਆਂ, ਉਹਨੂੰ ਜੰਮਦਿਆਂ ਹੋਇਆਂ ਦੱਸੋ ਕਿਹਨੇ ਵੇਖਿਆ? ਕਿਉਂਕਿ ਉਹ ਆਜੂਨੀ ਹੈ, ਕਿਉਂਕਿ ਉਹ ਸਹਿ ਭੰਗ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਉਸ ਪਰਮਾਤਮਾ ਦੇ ਮਾਂ ਬਾਪ ਬਾਰੇ ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਕਵਣੇ ਜਾਣੈ ਰੀ ਬਾਈ, ਕੌਣ ਜਾਣਦਾ ਦੱਸੋ? ਕੋਈ ਉਹਦੀ ਜਨਮ ਤਰੀਕ ਦੱਸ ਸਕਦਾ? ਕੋਈ ਉਹਦੇ ਜੇ ਆਉਣ ਦਾ ਸਮਾਂ ਤੇ ਉਹਦੇ ਜਾਣ ਦਾ ਸਮਾਂ ਦੱਸ ਸਕਦਾ? ਨਹੀਂ ਦੱਸ ਸਕਦਾ। ਸਤਿਗੁਰੂ ਇੰਨੀ ਗੱਲ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਫਿਰ ਭਗਤ ਨਾਮਦੇਵ ਜੀ ਨੇ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇਹ ਐਵੇਂ ਹੀ ਹੈ ਕਿ ਜਿਉਂ ਆਕਾਸੈ ਪੰਖੀ ਅਲੋ,
ਖੋਜ ਨਿਰਖਿਓ ਨਾ ਜਾਈ। ਕਹਿਣ ਲੱਗੇ ਜਿਵੇਂ ਆਕਾਸ਼ ਵਿੱਚ ਪੰਛੀ ਉਡਾਰੀ ਮਾਰਦਾ ਹੈ ਤੇ ਪੰਛੀ ਕਿਸ ਰਾਹ ਤੋਂ ਗਿਆ, ਇਹ ਰਸਤਾ ਅੱਜ ਤੱਕ ਕੋਈ ਨਹੀਂ ਲੱਭ ਸਕਿਆ। ਕਿਸ ਰਾਹ ਤੋਂ ਜਿਹੜਾ ਹੈ ਉਹ ਪੰਛੀ ਜਾਂਦਾ, ਉਹਦਾ ਰਾਹ ਕੋਈ ਨਹੀਂ ਲੱਭ ਸਕਿਆ। ਜੋ ਜਲ ਮੱਛ ਹੈ ਮੱਛ ਲੋ ਮਾਰਗ ਪੇਖਣੋ ਨਾ ਜਾਈ। ਜਿਵੇਂ ਜਲ ਦੇ ਵਿੱਚ ਮੱਛੀ ਹੈ, ਉਹ ਕਿਸ ਮਾਰਗ ਤੋਂ ਅੱਗੇ ਜਾ ਰਹੀ ਹੈ, ਕਿਸ ਪਾਸੇ ਵੱਧ ਰਹੀ ਹੈ, ਉਹਦੇ ਪਿੱਛੇ ਦਾ ਰਾਹ ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਜੋ ਆਕਾਸ ਹੈ ਘੜੂ ਲੋ ਮਿਰਗ ਤ੍ਰਿਸ਼ਨਾ ਭਰਿਆ। ਜਿਵੇਂ ਤ੍ਰਿਸ਼ਨਾ ਦਾ ਭਰਿਆ ਹੋਇਆ ਔਰ ਮਿਰਗ ਹਰ ਪਾਸੇ ਬਾਰ-ਬਾਰ ਤ੍ਰਿਸ਼ਨਾ ਦੇ ਅਧੀਨ ਭੱਜ ਕੇ ਜਾਂਦਾ ਹੈ, ਔਰ ਐਡੀ ਬਹਿਬਲਤਾ ਐਡੀ ਤ੍ਰਿਸ਼ਨਾ, ਕਹਿਣ ਲੱਗੇ ਬਾਰ-ਬਾਰ ਵੇਖਦਾ ਅੱਗੇ ਕੁਝ ਨਜ਼ਰ ਆ ਰਿਹਾ, ਅੱਗੇ ਪਾਣੀ, ਕੁਝ ਨਜ਼ਰ ਹੀ ਨਹੀਂ ਆਉਂਦਾ। ਕਹਿਣ ਲੱਗੇ ਯਾਦ ਰੱਖੋ, ਨਾਮੇ ਚੇ ਸੁਆਮੀ ਬੀਠ ਲੋ ਜਿਨ ਤੀਨੇ ਜ਼ਰਿਆ। ਪਰਮਾਤਮਾ ਦਾ ਜਿਹੜਾ ਜੋ ਪਰਮਾਤਮਾ ਵਾਹਿਗੁਰੂ ਹੈ, ਜੋ ਨਾਮਦੇਵ ਜੀ ਦਾ ਬੀਠਲ ਹੈ, ਕਹਿਣ ਲੱਗੇ ਉਹ ਇਸ ਤਰ੍ਹਾਂ ਦਾ ਹੈ, ਮੇਰਾ ਪਿਆਰਾ ਰੱਬ ਉਹ ਇਸ ਤਰ੍ਹਾਂ ਦਾ ਹੈ ਕਿ ਉਹ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਕਰਾਸ। ਤਾਂ ਕੋ ਬਿਗਨ ਨ ਕਉ ਲਾਗੈ ਜਾਂ ਕੀ ਪ੍ਰਭ ਆਗੈ। ਅਰਦਾਸ ਭਾਈ ਉਹ ਤਿੰਨੇ ਤਾਪਾਂ ਨੂੰ ਜ਼ਰਨ ਵਾਲਾ ਹੈ, ਤਿੰਨੇ ਤਾਪਾਂ ਨੂੰ ਹਰਨ ਵਾਲਾ ਹੈ। ਉਹ ਆਦ ਬਿਆਦ ਉਪਾਦ ਜਿੰਨੇ ਵੀ ਤਿੰਨੇ ਤਾਪ ਨੇ ਉਹਨਾਂ ਨੂੰ ਦੂਰ ਕਰਨ ਵਾਲਾ ਹੈ। ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਕੋਈ ਅੰਤ ਨਹੀਂ ਹੈ। ਬਸ ਇੱਕੋ ਗੱਲ ਹੈ, ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂ, ਗੁਣ ਕਹਿ ਗੁਣੀ ਸਮਾਵਣਿਆ, ਉਹਦੇ ਗੁਣ ਬਿਆਨ ਕਰਕੇ ਉਸ ਮਾਲਕ ਵਿੱਚ ਜਿਹੜਾ ਹੈ ਉਹ ਸਮਾਇਆ ਜਾ ਸਕਦਾ ਹੈ, ਉਸ ਮਾਲਕ ਵਿੱਚ ਲੀਨ ਹੋ ਜਾਇਆ ਜਾ ਸਕਦਾ ਹੈ। ਸਤਿਗੁਰੂ ਕਿਰਪਾ ਕਰੇ ਅਸੀਂ ਪਰਮੇਸ਼ਰ ਦੀ ਬੰਦਗੀ ਕਰੀਏ ਤੇ ਉਹਦੇ ਗੁਣ ਗਾਇਨ ਕਰਦੇ ਹੋਏ ਉਹਦੇ ਵਿੱਚ ਸਮਾ ਜਾਈਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਆਪ ਜੀ ਨੇ ਖਿਮਾ ਕਰਨਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।